ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ ਜੀ। ਹਰ ਸੋਮਵਾਰ ਦੀ ਤਰ੍ਹਾਂ ਵੀ ਅੱਜ ਵੀ ਸਾਡਾ ਅੱਜ ਦਾ ਸੈਸ਼ਨ ਸਵਾਲ ਜਵਾਬ ਦਾ ਹੈ। ਜਿਹੜੇ ਸਵਾਲ ਆਪ ਜੀ ਚੈਟ ਰਾਹੀਂ ਭੇਜਦੇ ਹੋ ਜਾਂ ਮੈਸੇਜ ਭੇਜਦੇ ਹੋ, ਉਹਨਾਂ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਆਪ ਜੀ ਨੂੰ ਹਰ ਸੋਮਵਾਰ ਦਿੱਤੇ ਜਾਂਦੇ ਹਨ। ਕੁਝ ਸਵਾਲ ਵਧੇਰੇ ਵਿਚਾਰ ਲਈ ਰੱਖ ਵੀ ਲਏ ਜਾਂਦੇ ਹਨ, ਉਹਨਾਂ ਦੇ ਜਵਾਬ ਬਾਅਦ ਦਿੱਤੇ ਜਾਂਦੇ ਹਨ। ਜਿਨ੍ਹਾਂ ਤੇ ਅਸੀਂ ਵਿਚਾਰ ਪੂਰੀ ਨਹੀਂ ਕਰ ਸਕਦੇ, ਉਸ ਸਵਾਲਾਂ ਦੇ ਜਵਾਬ ਅਸੀਂ ਅਗਲੇ ਹਫਤੇ ਤੇ ਪਾ ਦਿੰਦੇ ਹਾਂ। ਇਸ ਤਰ੍ਹਾਂ ਕੁਝ ਸਵਾਲ ਹਨ ਜਿਹੜੇ ਸਾਡੇ 2 ਜਾਂ 3 ਹਫ਼ਤਿਆਂ ਦੀ ਦੇਰੀ ਵੀ ਹੋ ਜਾਂਦੀ ਹੈ, ਉਹਨਾਂ ਲਈ ਅਸੀਂ ਆਪ ਪਾਸੋਂ ਮਾਫੀ ਮੰਗਦੇ ਹਾਂ। ਤੋ ਅੱਜ ਅਸੀਂ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰ ਰਹੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ ਦਾ ਵਿਚਾਰ ਹੋਏਗਾ ਕਿ ਨਵਾਂ ਸਾਲ ਚੜ੍ਹਿਆ, ਸਾਡਾ ਰੋਜ਼ਾਨਾ ਨਵਾਂ ਸਾਲ ਹੈ। ਜਿਸ ਦਿਨ ਗੁਰੂ ਚਿਤ ਆਵੇ ਉਹ ਸਾਡਾ ਸਾਲ ਸਫਲਾ ਹੈ, ਜਿਸ ਦਿਨ ਗੁਰੂ ਭੁੱਲ ਜਾਏ ਉਹ ਸਾਡੀ ਜ਼ਿੰਦਗੀ ਦਾ ਦਿਨ ਵਿਅਰਥ ਹੈ। ਤੋ ਮਾਹ ਦਿਵਸ ਮੁਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ। ਸਿੱਖ ਰੋਜ਼ ਗੁਰੂ ਪਾਸੋਂ ਉਹਦੇ ਦਰਸ਼ਨਾਂ ਦੀ, ਉਹਦੇ ਪਿਆਰ ਦੀ ਭੁੱਖ ਦਾ ਮੰਗ ਕਰਦਾ ਹੈ। ਇਹ ਸਿੱਖ ਦੇ ਜੀਵਨ ਦਾ ਇੱਕ ਹਿੱਸਾ ਹੈ। ਤੋ ਅਸੀਂ ਉਸ ਪਾਸੇ ਨਾ ਜਾਂਦੇ ਹੋਏ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰ ਰਹੇ ਹਾਂ। ਬੇਨਤੀ ਕਰਦਾ ਹਾਂ ਵੀ ਰਾਜਾ ਸਿੰਘ ਜੀ ਕਿਰਪਾ ਕਰੋ ਜੀ, ਆਪ ਜੀ ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਇਹ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਹਰ ਹਫ਼ਤੇ ਅਸੀਂ ਕਰਦੇ ਹਾਂ, ਸਾਰੇ ਪੈਨਲ ਮੈਂਬਰ ਸਾਹਿਬਾਨ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ। ਮੈਂ ਬੇਨਤੀ ਕਰ ਰਿਹਾ ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਰਦਾਰ ਤੇਜਿੰਦਰ ਸਿੰਘ ਜੀ। ਹਾਂਜੀ, ਤੇਜਿੰਦਰ ਸਿੰਘ ਜੀ। ਮਾਈਕ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਜੀ, ਵੱਖ-ਵੱਖ ਵਿਸ਼ਿਆਂ ਤੇ ਮਿਲੇ ਆਪ ਕੋਲੋਂ ਸਵਾਲ, ਔਰ ਉਹਨਾਂ ਦੀ ਜਿਵੇਂ ਹੁਣ ਵੀਰ ਹਰਜੀਤ ਸਿੰਘ ਨੇ ਦੱਸਿਆ, ਪੈਨਲ ਮੈਂਬਰ ਵੱਲੋਂ ਆਪਸੀ ਵਿਚਾਰ ਵਟਾਂਦਰਾ ਕਰਕੇ ਜੋ ਵੀ ਸਤਿਗੁਰੂ ਬਖਸ਼ਿਸ਼ ਕਰਨਗੇ, ਜਿਹੜਾ ਉਹਦਾ ਉੱਤਰ ਮਿਲੇ ਆਪਸ ਨਾਲ ਸਾਂਝਾ ਕਰਾਂਗੇ ਜੀ। ਤੇ ਉਹਦੇ ਵਿੱਚ ਕੋਈ ਵੀ ਵਾਧਾ ਘਾਟਾ ਆਪ ਜੀ ਬਿਲਕੁਲ ਸਾਨੂੰ ਸੁਜੈਸਟ ਕਰ ਸਕਦੇ ਹੋ। ਪ੍ਰੋਗਰਾਮ ਦੇ ਦੌਰਾਨ ਤੁਹਾਡੇ ਕੋਈ ਸੁਜੈਸ਼ਨ ਗਰੁੱਪ ਚੈਟ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ। ਕਿਤੇ ਸਾਡੀ ਜਿੱਥੇ ਜਿੱਥੇ ਗਲਤੀ ਲੱਗੀ ਉਹ ਜ਼ਰੂਰ ਪਲੀਜ਼ ਕਰੈਕਟ ਕਰਨਾ। ਤੋ ਆਓ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਗੁਰਬਾਣੀ ਦੀ ਇੱਕ ਤੁਕ ਹੈ ਜੀ, ਹਰ 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 ਆਰਾਧੀ ਹੈ, ਹੋਈਏ ਆਰੋਗ, ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ। ਸਵਾਲ ਕਰਤਾ ਨੇ ਸਰਦਾਰ ਸੁਖਦੇਵ ਸਿੰਘ ਜੀ ਮੋਹਾਲੀ ਤੋਂ। ਉਹ ਪੁੱਛਦੇ ਨੇ ਕਿ ਇਹ ਜੋ ਵਿੱਚ ਨਾਮ ਆਇਆ ਰਾਮਚੰਦਰ,
ਆਇਆ ਇਹ ਰਾਮਚੰਦਰ ਦੀ ਉਪਮਾ ਹੈ ਜਾਂ ਕੀ ਹੈ ਤੇ ਲਸਤਕਾ ਕੀ ਹੈ। ਬੇਨਤੀ ਹੈ ਵੀਰ ਮਨਿੰਦਰਪਾਲ ਸਿੰਘ ਜੀ ਕਿਰਪਾ ਕਰੋ तो आप ਇਹਦੇ जो सवालकर्ता ने ਜਿਹੜੇ सवाल पाए ने ਉਹਨਾਂ ਨੂੰ ਆਪ ਨਿਵਰਤ ਕਰੋ ਜੀ ਸ਼ੰਕਿਆ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਸਵਾਲ ਦਾ ਸ਼ਬਦ ਹੈ ਜਿਸ ਇਸ ਦੇ ਸੰਬੰਧ ਵਿੱਚ ਸਵਾਲ ਹੈ, ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਬਿਲਾਵਲ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 817 ਤੇ ਸੁਸ਼ੋਭਿਤ ਹੈ। ਇਸ ਸ਼ਬਦ ਦੀਆਂ ਪਹਿਲੀਆਂ ਹੀ 2 ਪੰਕਤੀਆਂ ਹਨ ਔਰ ਇਹ ਰਾਹੋ ਦਾ ਬੰਦ ਹੈ। ਹਰ 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 ਆਰਾਧੀ ਹੈ ਹੋਈਐ ਆਰੋਗ ਰਾਮਚੰਦ ਕੀ ਲਸ਼ਟਿਕਾ ਜਿਨ ਮਾਰਿਆ ਰੋਗ। तो अखरी अर्थ ਤਾਂ ਬੜੇ ਸਿੰਪਲ ਹਨ। ਹਰੀ ਨੂੰ ਆਰਾਧਨਾ ਚਾਹੀਦਾ ਹੈ। ਇਹ ਲਫ਼ਜ਼ ਹਰ 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 3 ਵਾਰੀ ਵਰਤਿਆ ਗਿਆ ਹੈ। ਇਸ ਨੂੰ ਜ਼ਿਆਦਾ ਦ੍ਰਿੜ ਕਰਵਾਉਣ ਵਾਸਤੇ ਕਿ ਹੋਰ ਕਿਸੇ ਪਾਸੇ ਧਿਆਨ ਨਹੀਂ ਕਰਨਾ, ਕੇਵਲ ਹਰੀ ਦੇ ਉੱਤੇ ਹੀ ਧਿਆਨ ਰੱਖਣਾ, ਉਹਦੀ ਹੀ ਆਰਾਧਨਾ ਕਰਨੀ ਹੈ। ਇਸ ਦੀ ਆਰਾਧਨਾ ਕਰਨ ਦਾ ਸਦਕਾ ਹੋਈਐ ਆਰੋਗ, ਆਰੋਗ ਹੋ ਜਾਈਦਾ ਹੈ, ਭਾਵ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ। ਕਿਵੇਂ ਮਿਲਦਾ ਹੈ? ਉਹਦੀ ਮਿਸਾਲ ਦੇਣ ਵਾਸਤੇ ਦੂਜੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਲਫ਼ਜ਼ ਵਰਤੇ ਹਨ, ਰਾਮਚੰਦ ਕੀ ਲਸ਼ਟਿਕਾ। ਰਾਮਚੰਦ ਕੀ ਲਸ਼ਟਿਕਾ ਦਾ ਜੋ ਆਖਰੀ ਅਰਥ ਹੈ, ਲਸ਼ਟਿਕਾ ਵੈਸੇ ਕਹਿੰਦੇ ਹਨ ਡੰਡੀ ਨੂੰ, ਲਾਠੀ ਨੂੰ। ਉਹ ਇਹ ਲਾਠੀ ਜਾਂ ਡੰਡੀ ਇਹ ਨਿਸ਼ਾਨੀ ਹੁੰਦੀ ਹੈ ਰਾਜ ਦੀ ਸੱਤਾ ਦੀ, ਪ੍ਰਭੂ ਸੱਤਾ ਦੀ, ਰਾਜਦੰਡ ਦੀ। ਜਿਵੇਂ ਕਹਿ ਲਓ ਇਹ ਰੂਲ ਆਫ ਲਾਅ। ਉਹ ਜੋ ਕਿਸੇ ਵੀ ਦੇਸ਼ ਦਾ ਕਨਸਟੀਟਿਊਸ਼ਨ ਹੁੰਦਾ, ਵਿਧਾਨ ਹੁੰਦਾ, ਜਿਹਦੇ ਅਧੀਨ ਉੱਥੋਂ ਦੀ ਜੋ ਗਵਰਨਿੰਗ ਜਿਹੜੀ ਅਥਾਰਟੀ ਹੁੰਦੀ ਹੈ ਜਾਂ ਜੋ ਪੁਲਿਸ ਫੋਰਸ ਹੁੰਦੀ ਹੈ, ਉਹ ਲੋਕਾਂ ਦੇ ਉੱਤੇ ਨਿਯਮ ਲਾਗੂ ਕਰਦੇ ਹਨ ਤੇ ਨਿਯਮ ਦੇ ਉਲੰਘਣ ਕਰਨ ਵਾਲੇ ਨੂੰ ਸਜ਼ਾ ਵੀ ਦਿੰਦੇ ਹਨ। ਪਰ ਰਾਮਚੰਦਰ ਜੀ ਦੇ ਬਾਰੇ ਵਿੱਚ ਇਹ ਭਾਰਤੀ ਸਮਾਜ ਦੇ ਅੰਦਰ ਇੱਕ ਬਹੁਤ ਪੁਰਾਣੇ ਚਿਰ ਤੋਂ ਪ੍ਰਚਲਿਤ ਸੀ ਕਿ ਰਾਮਚੰਦਰ ਜੀ ਦਾ ਰਾਜ ਜਿਹੜਾ ਸੀ ਨਾ, ਬੜਾ ਨਿਆਂਪੂਰਨ ਰਾਜ ਸੀ। ਉਹਨਾਂ ਦੇ ਰਾਜ ਦੀ ਪ੍ਰਜਾ ਬੜੀ ਖੁਸ਼ ਸੀ ਤੇ ਕੋਈ ਵੀ ਉਹਨਾਂ ਦੇ ਬਣਾਏ ਹੋਏ ਨਿਯਮਾਂ ਦੇ ਵਿਰੁੱਧ ਸਿਰ ਨਹੀਂ ਸੀ ਚੁੱਕਦਾ। ਸਾਰੇ ਲੋਕੀ ਬੜੇ ਜਿਹੜੇ ਸਨ ਸੈਟੀਸਫਾਈਡ ਰਹਿੰਦੇ ਸੀਗੇ ਤੇ ਕੋਈ ਜ਼ਿਆਦਾ ਉੱਥੇ ਕ੍ਰਾਈਮ ਜਾਂ ਕਾਨੂੰਨ ਦੀ ਉਲੰਘਣਾ ਨਹੀਂ ਸੀ ਹੁੰਦੀ। ਉਹ ਰਾਮਚੰਦ ਜੀ ਦਾ ਜਿਹੜਾ ਕਾਨੂੰਨ ਦਾ ਰਾਜ ਦਾ ਪ੍ਰਬੰਧ ਹੈ, ਉਹ ਐਸਾ ਸੁਚੱਜਾ ਪ੍ਰਬੰਧ ਸੀ ਕਿ ਜਨਤਾ ਦੇ ਉੱਤੇ ਉਹ ਪੂਰੀ ਤਰ੍ਹਾਂ ਲਾਗੂ ਹੁੰਦਾ ਸੀ। ਇਸ ਤਰ੍ਹਾਂ ਦੇ ਰਾਜ ਪ੍ਰਬੰਧ ਦੇ ਹੁੰਦਿਆਂ ਕੋਈ ਉਹਦੀ ਵਿਰੋਧਤਾ ਵਾਸਤੇ ਸਿਰ ਨਹੀਂ ਸੀ ਚੁੱਕਦਾ। ਇਸੇ ਤਰੀਕੇ ਦੀ ਐਗਜ਼ਾਮਪਲ ਵਰਤਦਿਆਂ ਹੋਇਆਂ ਮਨੁੱਖ ਦੇ ਆਤਮਿਕ ਜੀਵਨ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਪ੍ਰਭੂ ਦਾ ਨਾਮ ਜਿਹੜਾ ਹੈ, ਹਰੀ ਦੀ ਆਰਾਧਨਾ ਕਰਨਾ ਜਿਹੜਾ ਹੈ, ਇਹ ਮਾਨੋ ਇੱਕ ਐਸਾ ਰਾਜ ਪ੍ਰਬੰਧ ਹੈ ਜਿਹੜਾ ਹਰ ਤਰ੍ਹਾਂ ਦੇ ਵਿਕਾਰਾਂ ਦੇ ਰੋਗ ਨੂੰ ਖਤਮ ਕਰ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਜਿੱਥੇ ਪ੍ਰਭੂ ਦਾ ਨਾਮ ਹੋਵੇ ਉਹਦੇ ਸਾਹਮਣੇ ਕੋਈ ਵਿਕਾਰ ਸਿਰ ਨਹੀਂ ਚੁੱਕ ਸਕਦਾ, ਕੋਈ ਵਿਕਾਰ ਫਿਰ ਜੀਵ ਨੂੰ ਤੰਗ ਨਹੀਂ ਕਰ ਸਕਦਾ, ਡੁਲਾ ਨਹੀਂ ਸਕਦਾ। ਉਹ ਮਨੁੱਖ ਨੂੰ ਜੋ ਸਭ ਤੋਂ ਵੱਡਾ ਰੋਗ ਹੈ ਉਹ ਇਹ 5 ਵਿਕਾਰਾਂ ਦਾ ਹੀ ਰੋਗ ਹੈ, ਜਿਨ੍ਹਾਂ ਨੂੰ ਆਮ ਤੌਰ ਦੇ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਸੰਗਿਆ ਦਿੱਤੀ ਜਾਂਦੀ ਹੈ। तो ਕੰਬਾਈਨਡ ਤੌਰ ਦੇ ਉੱਤੇ, ਸਿੰਗਲ ਦੇ ਰੂਪ ਤੌਰ ਦੇ ਉੱਤੇ, ਇੱਕੋ ਨਾਮ ਦੇ ਤੌਰ ਦੇ ਉੱਤੇ ਇਹਨਾਂ ਨੂੰ 5 ਵਿਕਾਰਾਂ ਦਾ ਜਾਂ ਮਾਇਆ ਦਾ ਰੋਗ ਵੀ ਕਿਹਾ ਜਾਂਦਾ ਹੈ। ਉਹ ਇਹ ਮਾਇਆ ਦਾ ਰੋਗ, ਵਿਕਾਰਾਂ ਦਾ ਰੋਗ, ਇਹ ਪ੍ਰਭੂ ਦੇ ਨਾਮ ਦਾ ਸਦਕਾ ਹੀ ਨਸ਼ਟ ਹੁੰਦਾ ਹੈ, ਖਤਮ ਹੁੰਦਾ ਹੈ। ਜਿਹਦੀ ਤੁਲਨਾ ਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਗੁਰੂ ਸਾਹਿਬ ਨੇ ਲਫ਼ਜ਼ ਵਰਤੇ ਹਨ, ਰਾਮਚੰਦ ਕੀ ਲਸ਼ਟਿਕਾ। ਸ਼ਬਦ ਦੇ ਬਾਕੀ ਦੇ ਹਿੱਸੇ ਦੇ ਵਿੱਚ ਵੀ ਪ੍ਰਭੂ ਦੀ ਆਰਾਧਨਾ ਦਾ, ਪ੍ਰਭੂ ਦੀ ਭਗਤੀ ਦੀ ਹੀ ਸਾਰੀ ਗੱਲ ਕੀਤੀ ਗਈ ਹੈ ਕਿ ਗੁਰੂ ਦੇ ਸਿੱਖਿਆ ਦੇ ਸਦਕਾ ਹੀ ਇਹ ਹਰੀ ਦਾ ਨਾਮ ਜਪ ਕੇ ਆਨੰਦਮਈ ਜੀਵਨ ਜੀਵਿਆ ਜਾ ਸਕਦਾ ਹੈ। ਲੋग ਸਾਰੇ ਦੁੱਖ ऐसे प्रभु की शरण में रहना चाहिए है जो ये सब कुछ देने के समर्थ है, सब कुछ करने वाला है। तो जो सारे शब्द का थीम है वो हरी का नाम जपन के वास्ते ही है, जो जिहदी तुलना वास्ते या जिहदी एग्जाम्पल के वास्ते लफज रामचंद की इतने ही वचन प्रवान करने का खालसा वाहिगुरू जी की फतेह।
ਮੈਂ ਕਰਨਾ ਜੀ, ਮਿਊਟ ਹੋ ਗਿਆ ਸੀ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਸ਼ਬਦ ਦਾ ਜਿਹੜਾ ਥੀਮ ਹੈ ਉਹ ਤਾਂ ਹੈ ਨਾਮ ਨਾਲ ਜੁੜਨਾ, ਪ੍ਰਭੂ ਦੇ ਆਗਿਆ ਵਿੱਚ ਚੱਲਣਾ, ਇਹ ਹੈ। ਤੋ ਸਿਰਫ ਸੰਗਤ ਜੀ, ਸਾਨੂੰ ਮੁਸ਼ਕਲ ਉਸ ਵੇਲੇ ਆ ਜਾਂਦੀ ਹੈ ਜਿਸ ਵੇਲੇ ਅਸੀਂ ਉਹਦੇ ਲਿਟਰਲ ਮੀਨਿੰਗ ਕੱਢਦੇ। ਕੋਈ ਵੀ ਅੱਖਰ ਹੈ ਜਾਂ ਕੋਈ ਐਗਜ਼ਾਮਪਲ ਹੈ, ਉਹਦੇ ਲਿਟਰਲ ਮੀਨਿੰਗ ਵੱਲ ਨਹੀਂ ਜਾਣਾ, ਉਹਦੇ ਭਾਵ ਅਰਥ ਵੱਲ ਜਾਣਾ ਕਿ ਉਹ ਕੀ ਨੇ। ਤੋ ਇਸੇ ਤਰ੍ਹਾਂ ਗੁਰਬਾਣੀ ਵਿੱਚ ਬਹੁਤ ਸਾਰੀਆਂ ਰੈਫਰੈਂਸਸ ਆਉਂਦੀਆਂ ਨੇ ਜਿਹੜੀਆਂ ਅਕਸਰ ਟਪਲਾ ਲਾ ਦਿੰਦੀਆਂ ਨੇ ਵੀ ਆਇਆ ਅਵਤਾਰਵਾਦ ਦੀ ਪੂਜਾ। ਨਹੀਂ, ਵੀਰ ਜੀ ਨੇ ਬੜਾ ਸਪਸ਼ਟ ਕਰ ਦਿੱਤਾ। ਤੋ ਸਾਨੂੰ ਵੀ ਇਹਦੇ ਬਾਰੇ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜੀਆਂ ਐਗਜ਼ਾਮਪਲਸ ਨੇ ਉਹਨਾਂ ਦਾ ਲਿਟਰਲ ਮੀਨਿੰਗ ਨਹੀਂ ਲੈਣਾ, ਬਲਕਿ ਉਹਨਾਂ ਦੇ ਭਾਵ ਅਰਥ ਜਿਹੜੇ ਨੇ ਉਹਨੂੰ ਲੈ ਕੇ ਆਪਾਂ ਉਸ ਜੋ ਵੀ ਸਾਨੂੰ ਗੁਰੂ ਮਹਾਰਾਜ ਵੱਲੋਂ ਬਾਣੀ ਦੇ ਰਾਹੀਂ ਹਦਾਇਤ ਮਿਲੀ ਹੈ, ਅਸੀਂ ਉਹਨੂੰ ਸਮਝਣਾ ਤੇ ਜੀਵਨ ਵਿੱਚ ਲਾਗੂ ਕਰਨਾ। MP ਸਿੰਘ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਪਿਛਲੇ ਹਫ਼ਤੇ ਨਹੀਂ ਸੀ ਅਸੀਂ ਲੈ ਸਕੇ। ਅਸਲ 'ਚ ਸ਼ਹਾਦਤ ਜਾਂ ਸ਼ਹੀਦ ਜਿਹੜਾ ਹੈ, ਇੱਕ ਬੜਾ ਹੀ ਇੱਕ ਹੁਣੇ ਵੀਰ ਤਜਿੰਦਰ ਸਿੰਘ ਜੀ ਸਾਨੂੰ ਦੱਸਣਗੇ, ਇੱਕ ਬੜਾ ਮਤਲਬ ਵੀ ਸ਼ਹਾਦਤ ਆਮ ਗੱਲ ਨਹੀਂ ਹੈ। ਤੇ ਕਈ ਵਾਰੀ ਜਿਵੇਂ ਹੁਣ ਇਸ ਸ਼ਬਦ ਦੀ ਵਿਚਾਰ ਬਾਰੇ ਸੀ ਵੀ ਟਪਲੇ ਲੱਗ ਜਾਂਦੇ ਨੇ, ਤੇ ਕਈ ਵਾਰੀ ਇਹ ਜਿਹੜੀ ਸ਼ਹੀਦੀ ਹੈ ਉਹਨੂੰ ਆਪਾਂ ਕਿੱਥੇ ਲਾਉਣਾ, ਕਿਹਨੂੰ ਸ਼ਹੀਦ ਕਹਿਣਾ, ਇਹਦੇ ਬਾਰੇ ਕਈ ਵਾਰੀ ਵੱਖ-ਵੱਖ ਰਾਏ ਆ ਜਾਂਦੀਆਂ ਨੇ। ਤੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਸ਼ਹੀਦ ਕੌਣ ਹੈ। ਸਵਾਲ ਕਰਤਾ ਨੇ ਇਹੀ ਪੁੱਛਿਆ ਕਿ ਆਇਆ ਆਪਾਂ ਕਿਸ ਕਿਸ ਇਨਸੀਡੈਂਟ ਨੂੰ ਸ਼ਹਾਦਤ ਦਾ ਨਾਮ ਦੇ ਸਕਦੇ ਹਾਂ। ਬੇਨਤੀ ਕਰ ਰਿਹਾ ਸਤਿਜਿੰਦਰ ਸਿੰਘ ਜੀ, ਇਹ ਦੱਸੋ ਜੀ, ਸ਼ਹੀਦ ਕੌਣ ਹੁੰਦਾ ਹੈ? ਔਰ ਜਿਹੜੇ ਕਈ ਵਾਰੀ ਅਸੀਂ ਕਹਿੰਦੇ ਕਿ ਫਲਾਣੇ ਥਾਂ ਤੇ ਫਲਾਣੇ ਇੰਨੇ ਲੋਕ ਜਿਹੜੇ ਨੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਜਾਂ ਸ਼ਹਾਦਤ ਦਿੱਤੀ ਹੈ, ਇਹਦੇ 'ਚ ਫਰਕ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਔਰ ਇਹਦੇ ਵਾਸਤੇ ਕਈ ਜਗ੍ਹਾ ਦੇ ਉੱਪਰ ਇਸ ਦੇ ਬਾਰੇ ਵਿਚਾਰ ਵੀ ਹੁੰਦੀ ਰਹਿੰਦੀ ਹੈ ਤੇ ਕੁਝ ਕਨਫਿਊਜ਼ਨ ਵੀ ਰਹਿੰਦਾ ਹੈ ਕਿ ਅਸੀਂ ਕਿਸ ਨੂੰ ਸ਼ਹੀਦ ਕਹਿ ਸਕਦੇ ਹਾਂ ਤੇ ਕਿਸ ਨੂੰ ਨਹੀਂ ਕਹਿ ਸਕਦੇ। ਤਾਂ ਮੈਂ ਸਭ ਤੋਂ ਪਹਿਲਾਂ ਸ਼ਹੀਦ ਜਿਹੜਾ ਲਫ਼ਜ਼ ਹੈ ਉਹਦੀ ਉਤਪਤੀ ਆਪ ਜੀ ਦੇ ਨਾਲ ਸਾਂਝੀ ਕਰਦਾ ਕਿ ਸ਼ਹੀਦ ਅਰਬਿਕ ਬਹੁਵਚਨ ਵਰਡ ਹੈ, ਲਫ਼ਜ਼ ਹੈ। ਇਹਦੀ ਉਤਪਤੀ ਕੁਰਾਨ ਵਿੱਚੋਂ ਆਉਂਦੇ ਅਰਬੀ ਸ਼ਬਦ ਤੋਂ ਹੈ ਜਿਸ ਦਾ ਅਰਥ ਹੈ ਗਵਾਹੀ ਅਤੇ ਲੋਕਾਈ ਹਿੱਤ ਦੇ ਕਿਸੇ ਕਾਜ ਲਈ ਮਰਨ ਵਾਲੇ ਲਈ ਹੀ ਵਰਤਿਆ ਜਾਂਦਾ ਹੈ। ਇਸਲਾਮੀ ਫਿਰਕਾ ਵਿੱਚ ਸ਼ਹੀਦ ਤੋਂ ਮੁਰਾਦ ਉਹ ਸ਼ਖਸ ਹੈ ਜੋ ਅੱਲਾਹ ਦੀ ਰਾਹ ਵਿੱਚ ਆਪਣੀ ਜਾਨ ਕੁਰਬਾਨ ਕਰ ਦੇਵੇ, ਮਸਲਨ ਆਪਣੇ ਵਤਨ ਦੀ ਹਿਫਾਜ਼ਤ ਜਾਂ ਆਪਣੇ ਮਜ਼ਹਬ ਦੀ ਹਿਫਾਜ਼ਤ ਲਈ ਜੰਗ ਲੜਦੇ ਹੋਏ ਜਾਨ ਦੇ ਦੇਵੇ। ਤੋ ਹੁਣ ਆਪਾਂ ਇਹ ਦੇਖਦੇ ਹਾਂ ਕਿ ਸਾਡੀ ਸਿੱਖ ਵਿਚਾਰਧਾਰਾ ਵਿੱਚ ਇਸ ਨੂੰ ਕਿਵੇਂ ਅਪਣਾਇਆ ਗਿਆ। ਤੋ ਸ਼ਹੀਦ ਅਖਵਾਉਣ ਵਾਲਾ ਵਿਅਕਤੀ ਆਪਣੇ ਆਦਰਸ਼ ਦੀ ਪੂਰਤੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦਾ ਹੈ ਕਿਉਂਕਿ ਉਹ ਅਧਿਆਤਮਕ ਪੱਖ ਤੋਂ ਬਹੁਤ ਉੱਚਾ ਉੱਠਿਆ ਹੁੰਦਾ ਹੈ, ਜਿਸ ਨਾਲ ਉਸ ਨੂੰ ਮੌਤ ਦੇ ਸਾਹਮਣੇ ਹੋ ਕੇ ਵੀ ਕੋਈ ਭੈ ਡਰ ਨਹੀਂ ਹੁੰਦਾ। ਉਹ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਜਿਉਂਦਾ ਹੈ ਅਤੇ ਉਸੇ ਲਈ ਹੀ ਮਰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖੀ ਹੱਕਾਂ ਲਈ, ਹਿਊਮਨ ਰਾਈਟਸ ਦੀ ਰਖਵਾਲੀ ਅਤੇ ਆਦਰਸ਼ਾਂ ਦੀ ਪ੍ਰਾਪਤੀ ਲਈ ਦੂਸਰੇ ਧਰਮਾਂ ਦੇ ਜੋ ਵਿਸ਼ਵਾਸ ਹਨ ਉਹਨਾਂ ਲਈ ਵੀ ਕੁਰਬਾਨੀ ਕਰ ਦਿੱਤੀ। ਇਹ ਦੁਨੀਆ ਦੇ ਵਿੱਚ ਬੜਾ ਇੱਕ ਅਨੋਖਾ ਸ਼ਹਾਦਤ ਦਾ ਜਿਹੜਾ ਹੈ ਉਹ ਐਗਜ਼ਾਮਪਲ ਹੈ ਕਿ ਆਪਣੇ ਵਤਨ ਵਾਸਤੇ ਜਾਂ ਆਪਣੇ ਮਜ਼ਹਬ ਵਾਸਤੇ ਤਾਂ ਸ਼ਹਾਦਤ ਦੇਣੀ ਠੀਕ ਹੈ, ਲੇਕਿਨ ਕਿਸੇ ਹੋਰ ਦੇ ਵਿਸ਼ਵਾਸਾਂ ਵਾਸਤੇ ਸ਼ਹਾਦਤ ਦੇ ਦੇਣੀ ਇਹ ਕੇਵਲ ਔਰ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਿੱਸੇ 'ਚ ਆਈ ਹੈ ਔਰ ਲਾਸਾਨੀ ਸ਼ਹੀਦੀ ਹੈ। ਉੱਥੇ ਉਹਨਾਂ ਅਤੇ ਉਹਨਾਂ ਦੇ ਪੈਰਾਕਾਰਾਂ ਨੂੰ ਬੰਦੀ ਬਣਾਇਆ ਗਿਆ, ਜਿਵੇਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰੰਤੂ ਗੁਰੂ ਸਾਹਿਬ ਡੋਲ ਰਹੇ ਅਤੇ ਅਖੀਰ ਆਪਣੀ ਜਾਨ ਦੀ ਵੀ ਕੁਰਬਾਨੀ ਦੇ ਦਿੱਤੀ ਤੇ ਡੋਲੇ ਨਹੀਂ। ਪਹਿਲਾਂ ਅਸੀਂ ਅਸੀਂ ਦੇਖਿਆ ਹੈ ਕਿ ਸ਼ਹੀਦ ਅਖਵਾਉਣ ਵਾਲੇ ਵਿਅਕਤੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਕਰਕੇ ਅਜਿਹੇ ਵਿਅਕਤੀ ਲਈ ਇਹ ਲਕਬ ਜਾਂ ਸ਼ਬਦ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸ਼ਹੀਦ ਸ਼ਬਦ ਦਾ ਦੁਰਉਪਯੋਗ ਨਾ ਹੋਵੇ ਅਤੇ ਇਸ ਦੇ ਸਹੀ ਅਰਥਾਂ ਅਤੇ ਉਚਿਤ ਸੰਦਰਭ ਵਿੱਚ ਇਸ ਦੀ ਵਰਤੋਂ ਕੀਤੀ ਜਾਏ। ਤੋ ਜਿਵੇਂ ਅਸੀਂ ਆਦਰਸ਼ ਦੀ ਗੱਲ ਕਰਦੇ ਹਾਂ ਕਿ ਸ਼ਹੀਦ ਵਿਅਕਤੀ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਜਿਉਂਦਾ ਹੈ ਤੇ ਆਦਰਸ਼ਾਂ ਦੀ ਪ੍ਰਾਪਤੀ ਲਈ ਹੀ ਸ਼ਹੀਦ ਹੁੰਦਾ ਹੈ।
तो ये ठीक है कि साडे सिख मजहब विच धर्म विच धन गुरु अर्जन देव महाराज जी पहले शहीद होए हैं और उस तो बाद गुरु हरगोबिंद पातशाह दे समय जंगां युद्धां दे अंदर अनेकां सिंह जिहड़े हन ਉਹ शहीद होए हैं और वो जिन्हां असूलां करके शहीद होए हैं वो आप भली प्रकार जानते हो कि ਜਿਹੜੀ ਧਰਮ ਦੀ ਆਜ਼ਾਦੀ ਹੈ ਆਪਣਾ ਆਪਣਾ ਧਰਮ ਚਲਾਉਣ ਦੀ ਮੰਨਣ ਦੀ ਉਸ ਦੇ ਵਿਰੁੱਧ ਜਿਹੜੇ ਉਹਨਾਂ ਤੇ ਚੜ ਕੇ ਆਏ ਤੇ ਉਹਨਾਂ ਦੇ ਜਦ ਮੁਕਾਬਲਾ ਕਰਦੇ ਹੋਏ ਉਹ ਸ਼ਹੀਦ ਹੋਏ तो अपने आदर्श करके शहीद होया। तो इस तो बाद ही गुरु तेग बहादुर साहब जी का मैं हुणे जिक्र किया है कि उन्होंने भी अंत तक नहीं ये असूल कि मैं ना मतलब अपने किसी होर मजहब के बंदे नूं जिहड़ा फ्रीडम ऑफ रिलीजन है उस दे विरुद्ध धक्के नाल मतलब उसदा धर्म परिवर्तन मैं नहीं होने देना। तो इन्हां असूलां करके गुरु तेग बहादुर साहब जी ने ये ह्यूमन राइट्स करके शहीदी दे दी। तो इन्हां दे विच जो कामन चीज़ साडे सामने आउंदी है वो है कि शहीद देने वाले दा अकीदा की है, उसका विश्वास की है, उसका आदर्श की है। तो हर सिख वास्ते अपनी साबत सूरत और दस्तार जिहड़ी है वो साडा एक आदर्श है, साडा एक डिसिपलिन है। तो जिहड़ा साडे इस डिसिपलिन नूं वेख के वो साडे उपर हमला करता है या साडे उपर साडी जान लैण दी कोशिश करता है या जान लैंदा है तो वो व्यक्ति जिहड़ा अडिग रहिंदा है वो कहंदा कि मैं जिहड़ा मैं स्वरूप मैनूं महाराज ने बख्शिश कीता है गुरु कलगीधर पातशाह ने मैं उसनूं हमेशा ही बरकरार रखना है भावें मेरी जान क्यों ना चली जाए। तो ऐसे असीं देखदे हां कि गुरु कलगीधर दे समय भी और उस तो बाद भी घल्लूकारिਆਂ ਦੇ ਸਮੇਂ भी ਜਿਹੜੇ कि ਜਿਹੜੇ जंगल ਨੂੰ ਅੱਗ लगा दी गई जिथे सारे सिंह छुपे सन ਤੇ ਉਹ ਉਹਨਾਂ ਦੇ ਉੱਪਰ ਵੀ ਸਿੱਖ ਹੋਣ ਕਰਕੇ ਹੀ ਉਹਨਾਂ ਤੇ ਹਮਲਾ ਕੀਤਾ ਗਿਆ। ਘੱਲੂਘਾਰੇ ਜਿਹੜੇ ਹੋਏ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਵੀ। ਔਰ ਇਸ ਤੋਂ ਬਾਅਦ 47 ਦੀ ਗੱਲ ਹੁੰਦੀ ਹੈ ਤੇ 47 ਦੇ ਜਿਹੜਾ ਵੰਡ ਹੋਈ ਹੈ ਭਾਰਤ ਪਾਕਿਸਤਾਨ ਦੀ ਉਹਦੇ ਵਿੱਚ ਵੀ ਹਮਲੇ ਸਿੱਖਾਂ ਦੇ ਉੱਤੇ ਇਸ ਕਰਕੇ ਹੋਏ ਕਿ ਉਹ ਸਿੱਖੀ ਸਰੂਪ ਵਾਲੇ ਸਨ ਤੇ ਸਿੱਖਾਂ ਨੇ ਮੁਕਾਬਲਾ ਡਟ ਕੇ ਕੀਤਾ ਭਾਵੇਂ ਉਹਨਾਂ ਦੀ ਸ਼ਹਾਦਤ ਉਸ ਦੇ ਵਿੱਚ ਹੋ ਗਈ। ਉਸ ਤੋਂ ਬਾਅਦ 84 ਦਾ ਸਮਾਂ ਆਉਂਦਾ ਤਾਂ 84 ਦੇ ਸਮੇਂ ਅੰਦਰ ਵੀ ਜਿਨ੍ਹਾਂ ਨੇ ਵੀ ਇਸ ਧਰਮ ਯੁੱਧ ਦੇ ਅੰਦਰ ਹਿੱਸਾ ਲਿਆ ਉਹਨਾਂ ਨੇ ਸਿੱਖ ਹੋਣ ਕਰਕੇ ਲਿਆ ਤੇ ਉਹਨਾਂ ਤੇ ਅਟੈਕ ਵੀ ਇਸ ਕਰਕੇ ਹੋਇਆ ਕਿ ਉਹ ਸਿੱਖ ਹਨ। तो उन्होंने सिक्खी करके इस आदर्श करके अपनी शहादत दी। तो ये गल साडे सामने आती है कि असी जिहड़ा ते हट गए जिन्हों क्या भी तू अपना आदर्श छड़ दे तू अपना विश्वास छड़ दे तू अपने केस मना लै ते जे वो अपने इशर तो आदर्श तो डिग गया तो वो शहीद की कैटेगरी में नहीं आएगा। लेकिन जिन्होंने अपने आदर्श से कायम रहे और अपने ਜਿਹੜਾ ਸਰੂਪ ਹੈ ਸਾਬਤ ਸੂਰਤ ਦਸਤਾਰ ਸਿਰਾਂ ਨੂੰ ਸਾਹਮਣੇ ਰੱਖਿਆ ਤੇ ਉਹਨਾਂ ਤੇ ਹਮਲਾ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅਸੀਂ ਉਹਨਾਂ ਨੂੰ ਇਸ ਸ਼ਹਾਦਤ ਤੋਂ ਜਿਹੜਾ ਹੈ ਵੱਖ ਨਹੀਂ ਕਰ ਸਕਦੇ ਕਿਉਂਕਿ ਮੇਨ ਜੋ ਚੀਜ਼ ਹੈ ਉਹ ਉਹਨਾਂ ਦਾ ਸਰੂਪ ਸੀ ਸਿੱਖੀ ਵਾਲਾ ਜਿਸ ਕਰਕੇ ਉਹਨਾਂ ਤੇ ਹਮਲਾ ਕੀਤਾ ਗਿਆ। तो आस है कि जिन्होंने सवाल किया है उन्होंने इसका जवाब मिल गया होएगा। और भी अगर किसी का इस बारे कुछ विचार होवे तो आप जी साझे कर सकते हो। तो विचार करदे होइयां भुल्लां दी खिमा मंगदा हां। फतेह बुलाओ जी। वाहिगुरू जी का खालसा वाहिगुरू जी की फतेह। वाहिगुरू जी की फतेह। शहीद की परंपरा की है और किहनूं शहीद किया जा सकता है वीर जी ने दस्सिया। धन्नवाद है। आस करदा भी जिन्होंने ये सवाल किया है ये उत्तर मिल गया। जिवें वीर जी ने कहा ये जिहड़े सवाल ने ये बड़े डूंघे ने ते जे किसी दे होर भी मन च कोई विचार होएगा तो कृपा करके सराहना ग्रुप चैट ते साझा कर लो जी। ते आपां जद तक अगले सवाल वाल चलदे हां। संगत जी सवाल यह है कि जिहड़ा गुरुद्वारा साहिबान विखे एक रिवाज है कि देखो वैसे बाणी जिथों भी पढ़ी जाए जिस वेले मर्जी पढ़ी जाए किसी नूं कोई किस्म का कोई इतराज नहीं है। परंतु कई बार ऐसा होंदा है कि असी किसी समय नाल किसी मौके नाल ढुका के कुछ शब्द पढ़ते हैं तो उहदे बारे सानूं थोड़ी जी क्लैरिटी होनी जरूरी है। तो इस तरह गुरुद्वारा साहिबान विखे आम तौर पर संध्या वेले बहुत गुरुद्वारे आरती की जाती। सवाल करता पुछदा भी आरती तो की जाती है पर जिहड़े साडे तख्त साहिबान ने उत्थे आरती होर तरह हुंदी है डिफरेंट तरीके नाल। इहदे च की फर्क है बेनती कर रहे हैं डॉक्टर तजिंदर सिंह जी नूं भी इहदे बारे क्लैरिफिकेशन दिओ जी। आरती बारे डॉक्टर तजिंदर सिंह। वाहिगुरू जी का खालसा वाहिगुरू वाहिगुरू जी जी की की फतेह। फतेह। गुरुद्वारे विच आरती प्रथा दे उपर असीं गल करांगे। पहला असीं शब्द आरती ते आरता
ਇਹਨਾਂ ਦੇ ਅਰਥ ਸਮਝ ਲੈਂਦੇ ਹਾਂ, ਕਿਉਂਕਿ ਇਹ ਸ਼ਬਦ ਸਾਡੀ ਅੱਜ ਦੀ ਵਾਰਤਾ ਵਿੱਚ ਇਸਤੇਮਾਲ ਹੋਣੇ ਲਾਜ਼ਮੀ ਹੈ। ਆਰਤੀ। ਭਾਈ ਕਾਹਨ ਸਿੰਘ ਨਾਭਾ ਜੀ ਅਨੁਸਾਰ ਦਿੱਤੇ ਵਿਵਰਣ ਨੂੰ ਸੰਖੇਪ ਵਿੱਚ ਸਮਝੀਏ। ਆਰਤੀ ਦੇਵਤਿਆਂ ਦੀ ਮੂਰਤੀ ਅੱਗੇ ਦੀਵੇ ਘੁਮਾ ਕੇ ਕੀਤੀ ਜਾਂਦੀ ਮੂਰਤੀ ਪੂਜਾ ਦੀ ਇੱਕ ਵਿਧੀ ਹੈ। ਇਸ ਵਿਧੀ ਅਨੁਸਾਰ 2 ਵਾਰ ਮੂਰਤੀ ਦੇ ਚਰਨਾਂ ਅੱਗੇ, 2 ਵਾਰ ਧੁਨੀ ਅੱਗੇ, 1 ਵਾਰ ਮੂੰਹ ਅੱਗੇ ਤੇ 7 ਵਾਰ ਸਾਰੇ ਸਰੀਰ ਅੱਗੇ ਦੀਵਿਆਂ ਦਾ ਥਾਲ ਘੁਮਾਉਣਾ ਵਿਧੀ ਹੈ। ਇਵੇਂ ਆਰਤੀ ਨੂੰ ਸਨਾਤਨ ਮਤ ਅਨੁਸਾਰ ਕੀਤੀ ਜਾਂਦੀ ਮੂਰਤੀ ਪੂਜਾ ਵੀ ਕਹਿ ਸਕਦੇ ਹਾਂ, ਕਿਉਂਕਿ ਇਸ ਵਿੱਚ ਉਹ ਮੂਰਤੀ ਨੂੰ ਭਗਵਾਨ ਮੰਨ ਕੇ ਉਸ ਦੀ ਅਰਚਨਾ ਆਰਾਧਨਾ ਕਰਦੇ ਹਨ। ਆਰਤਾ। ਇਸ ਸ਼ਬਦ ਨੂੰ ਭਗਤ ਧੰਨਾ ਜੀ ਦੀ ਬਾਣੀ ਵਿੱਚੋਂ ਲਿਆ ਗਿਆ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਹੋਰ ਸਟੀਕ ਅਤੇ ਹੋਰ ਸਟੀਕ ਕਰਤਾ ਇਸ ਸ਼ਬਦੀ ਅਰਥ ਮੰਗਤਾ ਹੋਣਾ, ਯਾਚਨਾ ਕਰਨੀ ਜਾਂ ਮੰਗ ਕਰਨੀ ਦੱਸਦੇ ਹਨ। ਜਿਵੇਂ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਸ਼ ਵਾਰਤਾ ਰਹਾਓ। ਇੱਥੇ ਰਹਾਓ ਦੀ ਤੁਕ ਵਿੱਚ ਇਸ ਸ਼ਬਦ ਵਿੱਚ ਧੰਨਾ ਜੀ ਵੱਲੋਂ ਈਸ਼ਵਰ ਤੋਂ ਸੰਸਾਰਿਕ ਲੋੜਾਂ ਪੂਰੀਆਂ ਕਰਨ ਲਈ ਮੰਗ ਕੀਤੀ ਗਈ ਹੈ। ਇਵੇਂ ਆਰਤਾ ਸ਼ਬਦ ਦਾ ਪੂਜਾ ਜਾਂ ਅਰਚਨਾ ਨਾਲ ਕੋਈ ਸੰਬੰਧ ਨਹੀਂ, ਪਰ ਇਹ ਅਣਜਾਣੇ ਵਿੱਚ ਆਰਤੀ ਦੇ ਤੌਰ ਤੇ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਣ ਲੱਗਾ ਹੈ। ਜਿਵੇਂ ਕਿ ਆਰਤੀ ਨੂੰ ਹੀ ਗੁਰਬਾਣੀ ਦੇ ਵਿੱਚ ਆਰਤਾ ਲਿਖਿਆ ਗਿਆ, ਇਹ ਵੀ ਭੁਲੇਖਾ ਲਿਆ ਜਾਂਦਾ। ਕੈਸੀ ਆਰਤੀ ਹੋਏ ਬਵਖੰਡ ਨਾ ਤੇਰੀ ਆਰਤੀ। ਆਪਣੀ ਜਗਤ ਫੇਰੀ ਵਿੱਚ ਵਿਚਰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬੜੀ ਘਾਲਣਾ ਘਾਲ ਕੇ ਜਗਤ ਨੂੰ ਇੱਕ ਨਿਰੰਕਾਰ ਸਰਵਵਿਆਪੀ ਪਰਮੇਸ਼ਵਰ ਦੀ ਸਿਫਤ ਸਲਾਹ ਦਾ ਉਪਦੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਭਰਮਾਂ ਕਰਮਕਾਂਡਾਂ ਕੁਰੀਤੀਆਂ ਤੋਂ ਵਰਜਿਆ ਗਿਆ ਹੈ। ਮੂਰਤੀ ਨੂੰ ਪਰਮੇਸ਼ਵਰ ਕਰਕੇ ਪੂਜਾ ਕਰਨ ਦਾ ਗੁਰਬਾਣੀ ਵਿੱਚ ਅਨੇਕ ਵਾਰ ਖੰਡਨ ਕੀਤਾ ਗਿਆ ਹੈ। ਆਰਤੀ ਦੇ ਸਿਰਲੇਖ ਹੇਠ ਇਸ ਸ਼ਬਦ ਵਿੱਚ ਸਾਰੀ ਸ੍ਰਿਸ਼ਟੀ ਦੇ ਪ੍ਰਭੂ ਦੇ ਹੁਕਮ ਵਿੱਚ ਵਿਚਰਨ ਦੇ ਸੰਕੇਤ ਹੈ। ਸਾਰੀ ਸ੍ਰਿਸ਼ਟੀ ਦਾ ਪ੍ਰਭੂ ਦੇ ਹੁਕਮ ਵਿੱਚ ਵਿਚਰਨ ਦਾ ਸੰਕੇਤ ਹੈ। ਇਹ ਨਹੀਂ ਕਿਹਾ ਗਿਆ ਕਿ ਚੰਨ ਤਾਰੇ ਪਵਨ ਬਨਸਪਤ ਇਹ ਕੋਈ ਪਰਮੇਸ਼ਰ ਦੀ ਰਸਮੀ ਆਰਤੀ ਕਰਨ ਵਾਸਤੇ ਪੈਦਾ ਕੀਤੇ ਗਏ ਹਨ। ਜਗਨਨਾਥਪੁਰੀ ਦੀ ਫੇਰੀ ਦੌਰਾਨ ਗੁਰੂ ਨਾਨਕ ਸਾਹਿਬ ਰਸਮੀ ਆਰਤੀ ਦਾ ਖੰਡਨ ਕੀਤਾ ਅਤੇ ਨਾਮ ਸਿਮਰਨ ਦੀ ਵਿਧੀ ਤੇ ਜ਼ੋਰ ਦਿੱਤਾ। ਗੁਰੂ ਸਾਹਿਬ ਵੱਲੋਂ ਆਰਤੀ ਦੇ ਕਰਮਕਾਂਡ ਦੇ ਖੰਡਨ ਵਜੋਂ ਉਚਾਰਿਆ ਗਿਆ ਇਹ ਪਾਵਨ ਸ਼ਬਦ ਇਸ ਕਰਮਕਾਂਡ ਨਾਲ ਜੋੜਨਾ, ਇਸੇ ਸ਼ਬਦ ਨੂੰ ਇਸ ਕਰਮਕਾਂਡ ਨਾਲ ਜੋੜਨਾ ਮੰਦਭਾਗੀ ਗੱਲ ਹੈ। ਹਾਂ, ਇਸ ਸਬਕ ਨੂੰ ਨਿਤਨੇਮ ਦੀ ਤਰ੍ਹਾਂ ਸਮਾਂ ਬੰਨ੍ਹ ਕੇ ਨਿਯਮਿਤ ਤੌਰ ਤੇ ਪੜ੍ਹਨਾ, ਗਾ ਕੇ ਜਾਂ ਪਾਠ ਦੇ ਰੂਪ ਵਿੱਚ ਚੰਗੀ ਗੱਲ ਹੈ, ਪਰ ਇਸ ਦੇ ਭਾਵ ਨੂੰ ਸਮਝ ਕੇ ਇਸ ਨੂੰ ਪਰਮੇਸ਼ਰ ਦੀ ਬੇਅੰਤ ਮਹਿਮਾ ਜਾਂ ਸਿਫਤ ਸਲਾਹ ਕਰਨ ਵਾਸਤੇ ਪੜ੍ਹਿਆ ਜਾਵੇ, ਨਾ ਕਿ ਕਰਮਕਾਂਡ ਵਾਸਤੇ। ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵੰਡਦੇ, ਇਹ ਤੁਕ ਹੈ ਜੀ ਭਾਈ ਗੁਰਦਾਸ ਜੀ ਦੀ। ਭਾਈ ਗੁਰਦਾਸ ਜੀ ਦੀ ਇਸ ਬਾਣੀ ਵਿੱਚ ਕੀਰਤਨ ਸੋਹਿਲਾ ਅਤੇ ਆਰਤੀ ਸ਼ਬਦ ਦੇ ਜਾਪ ਨੂੰ ਨਿਯਮ ਨਾਲ ਪੜ੍ਹੇ ਜਾਣ ਦੀ ਵਿਚਾਰਤਾ ਦਿੱਤੀ ਗਈ ਹੈ, ਪਰ ਪ੍ਰਚਲਿਤ ਕਰਮਕਾਂਡ ਨਾਲ ਇਸ ਦਾ ਕੋਈ ਸੰਬੰਧ ਨਹੀਂ। ਸਾਨੂੰ ਪਾਵਨ ਗੁਰਬਾਣੀ ਦੇ ਕੁਝ ਪ੍ਰਮਾਣ ਮਾਰਗਦਰਸ਼ਨ ਲਈ ਵਿਚਾਰਨ ਦੀ ਲੋੜ ਹੈ। ਗੁਰਬਾਣੀ ਸਪਸ਼ਟ ਉਪਦੇਸ਼ ਦਿੰਦੀ ਹੈ, ਜੋ ਪਾਥਰ ਕੋ ਕਹਤੇ ਦੇਵ ताकि बिरथा होवे सेव, जो पाथर की पाई पाए इसकी काल अजाई जाए। फिर है जी पाहन नीर पखालिए पाई जल में बुढ़ते, जो तिस भावे स्वार्थी होई, जो उसनों चंगा लगे, जो उसनों भांदा है, ਉਹੀ ਆਰਤੀ ਹੋ ਸਕਦੀ ਹੈ। ਕੀ ਮੂਰਤੀ ਅੱਗੇ ਥਾਲ ਘੁਮਾਉਣਾ ਈਸ਼ਵਰ ਨੂੰ ਭਾਉਂਦਾ ਹੈ? ਇਹ ਭੁਲੇਖਾ ਹੈ ਅਤੇ ਇਸ ਕਰਮਕਾਂਡ ਵਿੱਚ ਵਿਅਰਥ ਹੀ ਅਸੀਂ ਆਪਣਾ ਸਮਾਂ ਖਰਾਬ ਕਰਦੇ। ਨਾਮ ਤੇਰੋ ਆਰਤੀ। आरती की है नाम तेरो आरती मजन मुरारे, हर के नाम बिना झूठे सगल पसारे। भाव हे प्रभु, तेरा नाम सिमरन ही तेरी अर्चना है, तेरा नाम सिमरन ही तेरी आरती है, ਅਤੇ ਇਸ ਤੋਂ ਬਿਨਾ ਨਾਮ ਦੇ ਸਭ ਫਾਲਤੂ ਦੇ ਖਿਲਾਰੇ ਹਨ। ਮੰਗਲਾ ਹਰ ਮੰਗਲਾ, ਮੈਂ ਉਦਾਹਰਨਾਂ ਪ੍ਰਮਾਣ ਇਹ ਲੈ ਰਿਹਾ ਜਿਹੜੇ ਸ਼ਬਦ ਆਮ ਗੁਰਬਾਣੀ ਵਿੱਚ ਪੜ੍ਹੇ ਜਾਂਦੇ ਆ ਆਰਤੀ ਦੇ ਟਾਈਮ ਤੇ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ, ਇਸ ਦਾ ਕਿਉਂ ਜੋੜਿਆ ਗਿਆ? ਜਦੋਂ ਕਿ ਅਰਥ ਇਹ ਕਹਿੰਦੇ ਹਨ, ਪਰਮਾਤਮਾ ਦੀ ਸ਼ਰਨ ਵਿੱਚ ਰਿਹਾ ਮਨ ਦਾ ਆਨੰਦ ਚਾਓ ਖੇੜਾ ਬਣੇ ਰਹਿਣ ਦੀ ਗੱਲ ਕਹੀ ਗਈ। ਥਾਲੀਆਂ ਟਲੀਆਂ ਪਰਮੇਸ਼ਰ ਦਾ ਮਨ ਪਰਚਾਉਣ ਦੀ ਵਿਧੀ ਨਹੀਂ ਹੈ। ਆਰਤੀ ਦੇ ਆਖਰ ਵਿੱਚ ਇਹ ਵੀ ਪੜਿਆ ਜਾਂਦਾ ਹੈ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ। ਇਹ ਵੀ ਗੁਰਬਾਣੀ ਦਾ ਉਪਦੇਸ਼ ਦੇ ਨਾਲ ਹੀ ਪੜ੍ਹ ਲਈਏ। ਗੋਬਿੰਦ ਪਾਓ ਭਗਤ ਕਾ ਭੁੱਖਾ। ਈਸ਼ਵਰ ਨੂੰ ਚੰਗਾ ਕੀ ਲੱਗਦਾ ਹੈ? ਮਨ ਦਾ ਪਿਆਰ। ਸਾਰੀ ਗੁਰਬਾਣੀ ਵਿੱਚ ਗੋਬਿੰਦ ਸ਼ਬਦ ਅਕਾਲ ਪੁਰਖ ਨੂੰ ਸੰਬੋਧਨ ਹੈ।
ਅਤੇ ਕੀ ਅਕਾਲ ਪੁਰਖ ਦੇ ਦੁਆਰ ਤੇ ਥਾਲੀਆਂ ਟਲੀਆਂ ਦੇ ਦੀਵੇ ਲੈ ਕੇ ਜਾਇਆ ਜਾ ਸਕਦਾ ਹੈ? ਇਹ ਵਿਚਾਰਨ ਦੀ ਗੱਲ ਹੈ। ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੇ ਦੁਆਰ, ਜੇ ਤੇਰੇ ਦੁਆਰ ਤੇ ਆ ਹੀ ਜਾਣਾ ਅਸੀਂ ਤੇ ਟਲੀਆਂ ਥਾਲੀਆਂ ਨਾਲ ਤੇ ਨਹੀਂ ਆਵਾਂਗੇ ਨਾ। ਗੁਰਬਾਣੀ ਦੇ ਹੋਰ ਜੋ ਵੀ ਸ਼ਬਦ ਸ਼ਾਮ ਦੀ ਆਰਤੀ ਨਾਲ ਜੋੜੇ ਗਏ ਹਨ, ਉਹਨਾਂ ਦੇ ਕੱਲੇ ਕੱਲੇ ਦੇ ਭਾਵ ਸਮਝ ਕੇ ਜਾਣਿਆ ਜਾ ਸਕਦਾ ਹੈ ਕਿ ਗੁਰਬਾਣੀ ਦਾ ਕੋਈ ਵੀ ਸ਼ਬਦ ਅਜਿਹੇ ਕਰਮ ਕਾਂਡ ਦੀ ਇਜਾਜ਼ਤ ਨਹੀਂ ਦਿੰਦਾ। ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਨੂੰ ਦਸਾਂ ਪਾਤਸ਼ਾਹੀਆਂ ਦੇ ਆਸਥਾ ਰੱਖਣੇ ਹੋਏ ਅਧਿਐਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਧਾਰਮਿਕ ਮਾਰਗ ਪ੍ਰਾਪਤੀ ਦੀ ਵਿਧੀ ਦੱਸੀ ਗਈ ਹੈ। ਪੂਜਾ ਸਿਰਫ ਅਕਾਲ ਪੁਰਖ ਦੀ ਕਰਨ ਦਾ ਉਪਦੇਸ਼ ਹੈ ਅਤੇ ਨਾਮ ਤੇ ਕੀਰਤਨ ਪੂਜਾ ਦੀਆਂ ਪ੍ਰਮਾਣਿਤ ਵਿਧੀਆਂ ਦੱਸੀਆਂ ਗਈਆਂ ਹਨ। ਸੋ ਇਹ ਬੇਨਤੀ ਹੈ ਜੀ ਕਿ ਵੱਖ-ਵੱਖ ਗੁਰਦੁਆਰਿਆਂ ਦੇ ਤਖਤ ਸਾਹਿਬਾਨਾਂ ਤੇ ਜੋ ਸਥਾਨਕ ਵਿਪਰਵਾਦ ਦਾ ਪ੍ਰਭਾਵ ਨਜ਼ਰ ਆਉਂਦਾ ਹੈ, ਇਹ ਗੁਰਮਤਿ ਅਨੁਸਾਰ ਢੁਕਵਾਂ ਨਹੀਂ ਕਿਹਾ ਜਾ ਸਕਦਾ। ਲੋੜ ਹੈ ਕਿ ਧਾਰਮਿਕ ਰਹੁ ਰੀਤਾਂ ਨੂੰ ਪ੍ਰਮਾਣਿਤ ਮਰਿਆਦਾ ਅਨੁਸਾਰ ਨਿਭਾਇਆ ਜਾਵੇ। ਵਿਪਰਨ ਦੀ ਇਹ ਰੀਤ ਸਥਾਨਕ ਅਣਧਰਮੀ ਰਿਵਾਜਾਂ ਦੀ ਮੁਹਤਾਜ ਹੋ ਚੁੱਕੀ ਹੈ ਅਤੇ ਇਸ ਨੂੰ ਗੁਰਮਤਿ ਦੇ ਦਾਇਰੇ ਵਿੱਚ ਲਿਆਉਣ ਵਾਲੇ ਕਠਿਨ ਯਤਨਾਂ ਦੀ ਲੋੜ ਹੈ। ਪਰ ਕਬੀਰ ਜੀ ਫਰਮਾਉਂਦੇ ਹਨ, ਕਬੀਰ ਸਾਚਾ ਸਤਿਗੁਰੂ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਏ ਫੂਕ। ਭੁਲਾ ਚੁਕਾ ਦੀ ਕਿਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਿੱਖ ਧਰਮ ਤਾਂ ਹੈ ਹੀ ਨਵੇਕਲਾ ਧਰਮ ਹੈ ਤੇ ਸਾਡੀ ਹਰ ਗੱਲ ਜਿਹੜੀ ਉਹ ਨਵੇਕਲੀ ਹੈ, ਕਿਸੇ ਦੀ ਨਕਲ ਨਹੀਂ ਹੈ ਜਾਂ ਕਿਸੇ ਵਰਗੀ ਨਹੀਂ। ਇਸੇ ਤਰ੍ਹਾਂ ਜਿਵੇਂ ਵੀਰ ਜੀ ਨੇ ਬੜੇ ਡਿਟੇਲ ਵਿੱਚ ਸਾਨੂੰ ਦੱਸਿਆ ਹੈ, ਆਰਤੀ ਬਾਰੇ ਵੀ ਅਸੀਂ ਕਿਸੇ ਦੀ ਨਕਲ ਨਹੀਂ ਹੈ ਵੀ ਉਹ ਆਰਤੀ ਕਰਦੇ ਨੇ ਤੇ ਅਸੀਂ ਵੀ ਕਰਨੀ ਨਹੀਂ। ਸਾਨੂੰ ਇਹ ਸੋਚਣਾ ਪਏਗਾ ਕਿ ਸਾਡਾ ਧਰਮ ਜਿਹੜਾ ਇੱਕ ਨਵੇਕਲਾ ਧਰਮ ਹੈ ਤੇ ਅਸੀਂ ਇਹਨੂੰ ਮੁੜ ਕੇ ਜਾਣ ਬੁੱਝ ਕੇ ਰਲਗੱਡ ਨਾ ਕਰੀਏ, ਜਿਸ ਤਰ੍ਹਾਂ ਕਿ ਕਈ ਥਾਂ ਤੇ ਕਰਨ ਦਾ ਯਤਨ ਹੋ ਰਿਹਾ। ਆਪ ਸਭ ਨੂੰ ਪਤਾ ਹੈ, ਸਾਨੂੰ ਇਹਦੇ ਬਾਰੇ ਜਾਗਰੂਕ ਰਹਿਣ ਦੀ ਲੋੜ ਹੈ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋ ਸੰਗਤ ਜੀ, ਇੱਕ ਗੱਲ ਆਮ ਕਹੀ ਜਾਂਦੀ ਸੀ ਕਿ ਖਾਲਸੇ ਨੂੰ ਨਿਤ ਨਵੀਆਂ ਚੁਣੌਤੀਆਂ। ਜਿੱਥੇ ਖਾਲਸੇ ਨੂੰ ਨਿਤ ਨਵੀਆਂ ਚੁਣੌਤੀਆਂ ਨੇ, ਉੱਥੇ ਸੰਗਤ ਜੀ ਮੈਂ ਸਮਝਦਾ ਵੀ ਜਿਸ ਵੇਲੇ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਅਰਥ ਕਰਦੇ ਹਾਂ, ਉਹਦੇ ਬਾਰੇ ਵੀ ਬਹੁਤ ਸਾਰੀ ਵੱਖ-ਵੱਖ ਜਿਹੜੇ ਸਾਡੇ ਸਮਝੋ ਸੰਪਰਦਾਵਾਂ ਨੇ ਜਾਂ ਜਥੇ ਨੇ, ਉਹਨਾਂ ਕਰਕੇ ਕਈ ਤਰ੍ਹਾਂ ਦੀਆਂ ਭਿੰਨ ਉਹਨੂੰ ਉਚਾਰਨ ਬਾਰੇ ਭਿੰਨਤਾ ਹੈ, ਅਰਥਾਂ ਬਾਰੇ ਭਿੰਨਤਾ ਹੈ। ਤੋ ਇਸੇ ਤਰ੍ਹਾਂ ਜਿਹੜੀਆਂ ਸਾਡਾ ਇਤਿਹਾਸ ਹੈ, ਉਹਦੇ ਤੇ ਖੈਰ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੀਆਂ ਉਹਦੇ ਚ ਰਲਗੱਡ ਹੋਈਆਂ ਦੀਆਂ ਨੇ। ਕਾਰਨ ਕਈ ਨੇ, ਔਰ ਪਿਛਲੇ ਕਾਫੀ ਸਮੇਂ ਤੋਂ ਸਾਪ੍ਰਭ ਕੀਰਤਨ ਸਿੰਘ ਜੀ ਸਾਡੇ ਇਸ ਜਿਹੜੇ ਸਿੱਖ ਇਤਿਹਾਸ ਦੇ ਸਰੋਤ ਨੇ, ਉਹਨਾਂ ਚੋਂ ਸਾਰੀ ਇਹੀ ਛਾਨਣਾ ਲਾ ਕੇ ਸਾਡੇ ਸਾਹਮਣੇ ਰੱਖ ਰਹੇ ਨੇ। ਇਸ ਲਈ ਉਹਨਾਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਸਾਡੇ ਕੋਲ ਅਗਲਾ ਸਵਾਲ ਆਇਆ, ਉਹਦਾ ਉਹ ਕਿਰਪਾ ਕਰਕੇ ਉੱਤਰ ਦੇਣਗੇ। ਕਿ ਸਵਾਲ ਕਰਤਾ ਪੁੱਛਦਾ ਵੀ ਗੰਗੂ ਬ੍ਰਾਹਮਣ ਰਸੋਈਆ ਸੀ ਜਾਂ ਮਸੰਦ ਸੀ? ਹਾਂਜੀ, ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਸਵਾਲਕਰਤਾ ਨੇ ਕੀਤਾ ਹੈ ਕਿ ਗੰਗੂ ਕੌਣ ਸੀ, ਕਿਉਂਕਿ ਉਹਦੇ ਬਾਰੇ ਹੁਣ ਦੋ ਗੱਲਾਂ ਪ੍ਰਚਲਿਤ ਹੋ ਗਈਆਂ ਹਨ। ਇੱਕ ਤਾਂ ਇਹ ਕਿ ਉਹ ਰਸੋਈਆ ਸੀ, ਗੁਰੂ ਘਰ ਦਾ ਰਸੋਈਆ ਸੀ, ਤੇ ਦੂਜੀ ਇਹ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਉਹ ਸ਼ਾਇਦ ਕੋਈ ਮਸੰਦ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜੋ ਪ੍ਰਸੰਗ ਅਸੀਂ ਸੁਣਦੇ ਆਏ ਹਾਂ, ਉਹਦੀਆਂ ਪੁਰਾਣੀਆਂ ਰਵਾਇਤਾਂ ਤੇ ਪੁਰਾਣੇ ਜਿਹੜੇ ਇਤਿਹਾਸਕ ਬਿਰਤਾਂਤ ਸਾਨੂੰ ਮਿਲਦੇ ਹਨ, ਉਹਨਾਂ ਦੇ ਮੁਤਾਬਕ ਜਿਹੜੀ ਗੱਲ ਆਮ ਪ੍ਰਚਲਿਤ ਹੈ ਤੇ ਆਮ ਤੌਰ ਤੇ ਮੰਨੀ ਵੀ ਜਾਂਦੀ ਹੈ, ਉਹ ਇਹ ਹੈ ਕਿ ਜਦੋਂ ਕੁੰਮੇ ਮਾਸ਼ਕੀ ਦੀ ਛੰਨ ਵਿੱਚੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਗੰਗੂ ਨੂੰ ਪਤਾ ਲੱਗਾ, ਤਾਂ ਉਹ ਆ ਕੇ ਉਹਨਾਂ ਨੂੰ ਆਪਣੇ ਘਰ ਲੈ ਗਿਆ, ਆਪਣੇ ਪਿੰਡ ਲੈ ਗਿਆ। ਤੇ ਗੰਗੂ ਬਾਰੇ ਪ੍ਰਚਲਿਤ ਹੈ ਕਿ ਉਹ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਦਾ ਰਸੋਈਆ ਹੁੰਦਾ ਸੀ। ਇਹ ਗੱਲ ਅਸੀਂ ਬਹੁਤ ਦੇਰ ਤੋਂ ਸੁਣਦੇ ਆ ਰਹੇ ਹਾਂ, ਔਰ ਇਹੀ ਗੱਲ ਆਮ ਪ੍ਰਵਾਨ ਕੀਤੀ ਜਾਂਦੀ ਹੈ। ਪਰ ਕੁਝ ਵਿਦਵਾਨ ਇਸ ਗੱਲ ਨੂੰ ਨਹੀਂ ਮੰਨਦੇ ਹੁਣ, ਤੇ ਉਹਨਾਂ ਅਨੁਸਾਰ ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੇ ਘਰ ਪਹੁੰਚੇ, ਤਾਂ ਕੁਝ ਮਸੰਦ ਜਿਹੜੇ ਉਸ ਇਲਾਕੇ ਦੇ ਵਿੱਚ ਰਹਿੰਦੇ ਸਨ, ਉਹ ਆ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਏ। ਤੇ ਜਿਵੇਂ ਸਾਨੂੰ ਪਤਾ ਹੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲਾਂ ਵੀ ਤੇ ਫਿਰ 1699 ਦੀ ਵਿਸਾਖੀ ਨੂੰ ਸਾਡੇ ਉੱਤੇ ਇਹ ਗੱਲ ਬਿਲਕੁਲ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਮਸੰਦਾਂ ਨਾਲ ਕੋਈ ਨਾਤਾ ਨਹੀਂ ਰੱਖਣਾ, ਜੋ ਸਤਿਗੁਰੂ ਨਾਲ ਸੰਬੰਧ ਹੈ ਉਹ ਸਿੱਧਾ ਰੱਖਣਾ ਹੈ। ਤੇ ਇੱਥੋਂ ਤੱਕ ਕਿ ਕਾਰ ਭੇਟ ਤੇ ਦਸਵੰਧ ਆਦਿ ਕੋਈ ਜਿਹੜਾ ਹੁਣ ਮਸੰਦਾਂ ਦੇ ਥਰੂ ਅਸੀਂ ਨਹੀਂ ਭੇਜਣਾ, ਸਿੱਧੀ ਜਿਹੜੀ ਗੱਲ ਹੈ
ਉਹ ਜਾਂ ਤਾਂ ਦਸਵੰਧ ਨੂੰ ਆਪ ਵਰਤਣਾ ਹੈ ਤੇ ਜਾਂ ਗੁਰੂ ਘਰ ਵਿੱਚ ਆਪ ਪਹੁੰਚਾਉਣਾ ਹੈ। ਤੋ ਅਜਿਹਾ ਕਰਨ ਦੇ ਨਾਲ ਬਹੁਤ ਸਾਰੇ ਮਸੰਦ ਜਿਹੜੇ ਪਿਤਾ ਪੁਰਖੀ ਮਸੰਦ ਬਣ ਕੇ ਬੈਠ ਗਏ ਸਨ ਤੇ ਉਹਨਾਂ ਦਾ ਕਾਫੀ ਜਿਹੜਾ ਆਚਰਣ ਹੈ ਉਹ ਵੀ ਗਿਰ ਚੁੱਕਾ ਸੀ, ਹੇਰਾਫੇਰੀਆਂ ਵੀ ਕਰਦੇ ਸਨ, ਹੋਰ ਵੀ ਉਹਨਾਂ ਦੀਆਂ ਕੰਪਲੇਂਟਸ ਆ ਰਹੀਆਂ ਸਨ, ਕਾਫੀ ਹਉਮੈ ਦੇ ਵਿੱਚ ਵਿਚਰਦੇ ਸਨ ਤੇ ਉਹ ਸਾਰੇ ਬੜੇ ਨਿਰਾਸ਼ ਹੋਏ ਤੇ ਅੰਦਰੋਂ ਅੰਦਰੋਂ ਗੁਰੂ ਸਾਹਿਬ ਨਾਲ ਖਾਰ ਖਾਣ ਲੱਗ ਪਏ। ਤੋ ਇਹ ਇਸ ਕਰਕੇ ਜਿਹੜੀ ਜਦੋਂ ਪ੍ਰਣਾਲੀ ਇਹ ਖਤਮ ਕੀਤੀ ਗਈ ਤੇ ਸਿੱਖ ਸੰਗਤਾਂ ਨੂੰ ਮਸੰਦਾਂ ਨੂੰ ਮੂੰਹ ਲਾਉਣ ਤੋਂ ਮਨਾ ਕੀਤਾ ਗਿਆ, ਤਾਂ ਕਿਹਾ ਜਾਂਦਾ ਹੈ ਕਿ ਉਸ ਇਲਾਕੇ ਦੇ ਮਸੰਦ ਸਨ, ਉਹਨਾਂ ਨੂੰ ਇਹ ਮੌਕਾ ਲੱਗਾ ਤੇ ਉਹਨਾਂ ਨੇ ਜੋ ਕਾਰੇ ਕੀਤੇ ਉਹਨਾਂ ਨੂੰ ਲੈ ਗਏ ਤੇ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਅੰਤ ਨਤੀਜਾ ਜਿਹੜਾ ਹੈ ਮਾਤਾ ਜੀ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਿੱਚ ਨਿਕਲਿਆ। ਤੇ ਇਹ ਇਤਿਹਾਸਕਾਰ ਜਿਹੜੇ ਨਵੀਂ ਖੋਜ ਕਰ ਰਹੇ ਹਨ ਤੇ ਦੱਸ ਰਹੇ ਹਨ, ਪ੍ਰਚਲਿਤ ਕਰ ਰਹੇ ਹਨ, ਉਹ ਇਸੇ ਕਾਰਵਾਈ ਨੂੰ ਮਸੰਦਾਂ ਦਾ ਜਿਹੜਾ ਉਹ ਦੱਸਦੇ ਹਨ ਕਿ ਇਹਦੇ ਬਾਰੇ ਉਹ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਰੋਸਾ ਸੀ ਉਹ ਮਸੰਦ ਪ੍ਰਥਾ ਕਰਮ ਖਤਮ ਕਰਨ ਦਾ ਹੀ ਸੀ। ਪਰ ਇਹ ਜਿਹੜੀ ਸ਼ਹੀਦੀ ਹੋਈ ਹੈ ਉਹ ਫਿਰ ਇਸੇ ਕਾਰਵਾਈ ਦੇ ਨਤੀਜੇ ਵਜੋਂ ਹੀ ਹੋਈ ਉਹ ਮੰਨਦੇ ਹਨ। ਤੋ ਪਰ ਸਾਨੂੰ ਇਹਨਾਂ ਮਸੰਦਾਂ ਦੇ ਬਾਰੇ ਕੋਈ ਭਰੋਸੇਯੋਗ ਸੂਚਨਾ ਇਹਨਾਂ ਖੋਜਾਂ ਦੇ ਵਿੱਚੋਂ ਅੱਜ ਤੱਕ ਐਸੀ ਪ੍ਰਾਪਤ ਨਹੀਂ ਹੋ ਸਕੀ ਜਿਹਨੂੰ ਅਸੀਂ ਹੋਰ ਵੀ ਸੋਰਸਸ ਤੋਂ ਕਨਫਰਮ ਕਰ ਸਕੀਏ। ਔਰ ਜਿੱਥੋਂ ਤੱਕ ਗੰਗੂ ਦਾ ਸਵਾਲ ਹੈ, ਉਹ ਤਾਂ ਨਿਸ਼ਚੈ ਹੀ ਮਸੰਦ ਨਹੀਂ ਸੀ। ਇਹਦੇ ਬਾਰੇ ਸਾਨੂੰ ਕੋਈ ਮਸੰਦ ਹੋਣ ਦਾ ਸਾਨੂੰ ਇਤਿਹਾਸ ਦੇ ਵਿੱਚ ਕੁਝ ਨਹੀਂ ਮਿਲਦਾ। ਪਰ ਹਾਂ, ਇਹ ਗੱਲ ਹੋ ਸਕਦੀ ਹੈ ਕਿ ਜੇ ਮਸੰਦ ਇਸ ਕੰਮ ਲਈ ਵਾਕਈ ਜ਼ਿੰਮੇਵਾਰ ਸਨ ਤਾਂ ਉਹ ਮਸੰਦਾਂ ਨਾਲ ਸੰਬੰਧਿਤ ਉਹਨਾਂ ਦਾ ਕੋਈ ਕਾਰਿੰਦਾ ਜਾਂ ਅਹਿਲਕਾਰ ਜਾਂ ਉਹਨਾਂ ਨਾਲ ਕੋਈ ਸੰਬੰਧਿਤ ਬੰਦਾ ਹੋ ਸਕਦਾ ਹੈ ਜਿਹਦਾ ਨਾਮ ਉਸ ਵੇਲੇ ਪ੍ਰਚਲਿਤ ਹੋ ਗਿਆ ਹੋਵੇ, ਕਿਉਂਕਿ ਉਹਨੂੰ ਇਹ ਅੱਗੇ ਕੀਤਾ ਹੋ ਗਿਆ ਹੋਵੇ। ਪਰ ਇਹ ਸਾਰਾ ਕੁਝ ਜਿਹੜਾ ਹੈ ਇਹ ਹਾਲੇ ਖੋਜ ਦਾ ਮੁਹਤਾਜ ਹੈ। ਇਹਦੇ ਬਾਰੇ ਅਸੀਂ ਕੁਝ ਵੀ ਨਿਸ਼ਚੈ ਨਾਲ ਨਹੀਂ ਕਹਿ ਸਕਦੇ। ਅਸੀਂ ਆਸ ਕਰਦੇ ਹਾਂ ਕਿ ਵਿਦਵਾਨ ਜਿਹੜੇ ਨੇ ਹੋਰ ਖੋਜ ਕਰਕੇ ਇਸ ਗੱਲ ਦਾ ਨਿਤਾਰਾ ਕਰਨਗੇ ਕਿ ਜਿਹੜਾ ਗੰਗੂ ਸੀ ਕੀ ਉਹ ਆਇਆ ਜੋ ਪਹਿਲਾਂ ਮਸ਼ਹੂਰ ਸੀ ਕਿ ਰਸੋਈਆ ਸੀ ਉਹ ਸੀ, ਜਾਂ ਉਹ ਮਸੰਦ ਸੀ ਜਾਂ ਮਸੰਦਾਂ ਦਾ ਕੋਈ ਕਾਰਿੰਦਾ ਸੀ। ਪਰ ਗੱਲ ਕੁਝ ਵੀ ਹੋਵੇ, ਸਾਨੂੰ ਜਿਹੜੀ ਪੂਰੀ ਇਹ ਕਥਾ ਹੈ ਉਹ ਇੱਕ ਗੱਲ ਤੋਂ ਤਾਂ ਉਸੇ ਤਰ੍ਹਾਂ ਹੀ ਰਹਿੰਦੀ ਹੈ, ਭਾਵੇਂ ਉਹਦਾ ਕਰੈਕਟਰ ਕੁਝ ਵੀ ਹੋਵੇ, ਰਸੋਈਆ ਹੋਵੇ ਜਾਂ ਮਸੰਦ ਹੋਵੇ ਜਾਂ ਕਰਿੰਦਾ ਹੋਵੇ। ਤੋ ਇਹ ਕੁਝ ਵੀ ਹੋਵੇ, ਇਸ ਤੋਂ ਸਾਰੀ ਗੱਲ ਤੋਂ ਇੱਕ ਗੱਲ ਤਾਂ ਸਪਸ਼ਟ ਹੀ ਹੈ ਕਿ ਮਾਤਾ ਜੀ ਨੂੰ ਉਸ ਵੇਲੇ ਜਿਸ ਬੰਦੇ ਦਾ ਨਾਮ ਅਸੀਂ ਗੰਗੂ ਕਰਕੇ ਕਹਿੰਦੇ ਹਾਂ, ਉਹ ਉਹਨਾਂ ਦੇ ਨਾਲ ਕੋਈ ਪੁਰਾਣੇ ਸੰਬੰਧ ਰੱਖਦਾ ਸੀ। ਗੁਰੂ ਘਰ ਦੇ ਨਾਲ ਉਹ ਸੰਬੰਧਿਤ ਸੀ, ਉੱਥੇ ਜਾਣੀ ਪਛਾਣਿਆ ਚਿਹਰਾ ਸੀ, ਔਰ ਸ਼ਾਇਦ ਇਸੇ ਕਰਕੇ ਹੀ ਸੁਭਾਵਕ ਹੀ ਮਾਤਾ ਜੀ ਨੇ ਉਹਦੇ ਨਾਲ ਜਾਣਾ ਠੀਕ ਔਰ ਸੇਫ ਸਮਝਿਆ ਹੋਵੇਗਾ। ਤੇ ਪਰ ਉਹ ਆਪਣੇ ਲਾਲਚੀ ਸੁਭਾਅ ਕਰਕੇ ਜਾਂ ਜਿਹੜਾ ਦਗਾ ਦੇਣ ਦੇ ਸੁਭਾਅ ਕਰਕੇ ਉਹਨੇ ਉਹ ਸਾਰੇ ਕਾਰੇ ਕੀਤੇ, ਜਿਹਦਾ ਨਤੀਜਾ ਜਿਹੜਾ ਹੈ ਸ਼ਹੀਦੀਆਂ ਦੇ ਵਿੱਚ ਨਿਕਲਿਆ। ਅੱਜ ਕੱਲ੍ਹ ਦਰਅਸਲ IT ਦਾ ਸਮਾਂ ਹੈ, ਸੋਸ਼ਲ ਮੀਡੀਆ ਦਾ ਸਮਾਂ ਹੈ। ਇਹਦਾ ਇੱਕ ਥੋੜਾ ਜਿਹਾ ਨੁਕਸਾਨ ਇਹ ਵੀ ਹੈ ਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਐਸੀਆਂ ਆ ਜਾਂਦੀਆਂ ਹਨ ਜਿਹੜੀਆਂ ਪੱਕੀਆਂ ਖੋਜਾਂ ਨਹੀਂ ਹੁੰਦੀਆਂ। ਕੁਝ ਕੱਚੀਆਂ ਖੋਜਾਂ ਵੀ ਸਾਹਮਣੇ ਆ ਜਾਂਦੀਆਂ ਹਨ, ਕੋਈ ਵਿਚਾਰ ਵੀ ਸਾਹਮਣੇ ਆ ਜਾਂਦੇ ਹਨ, ਅੱਧ ਪੱਕੇ ਅੱਧ ਕੱਚੇ ਇਹੋ ਜਿਹੇ ਵਿਚਾਰ ਵੀ ਸਾਹਮਣੇ ਆ ਜਾਂਦੇ ਹਨ ਤੇ ਉਹ ਝੱਟ ਨਵੀਨਤਾ ਕਰਕੇ ਪ੍ਰਚਲਿਤ ਵੀ ਹੋ ਜਾਂਦੇ ਹਨ। ਇਹ ਆਮ ਵਰਤਾਰਾ ਹੈ ਤੇ ਨਾ ਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਵਰਤਾਰਾ ਕੋਈ ਰੁਕੇਗਾ। ਤੋ ਇਸ ਕਰਕੇ ਇਹ ਸਾਨੂੰ ਆਪ ਹੀ ਸੁਚੇਤ ਹੋਣਾ ਪਵੇਗਾ ਕਿ ਜਦੋਂ ਅਸੀਂ ਕਿਸੇ ਗੱਲ ਦੇ ਉੱਤੇ ਯਕੀਨ ਕਰਨਾ ਹੈ ਤਾਂ ਅਸੀਂ ਉਹਦੇ ਬਾਰੇ ਧਿਆਨ ਰੱਖੀਏ ਕਿ ਕਿਹੜੇ ਸੋਰਸ ਤੋਂ ਆ ਰਿਹਾ ਹੈ, ਕਿਹੜੇ ਵਿਦਵਾਨਾਂ ਦੀ ਰਾਏ ਉਹਦੇ ਵਿੱਚ ਹੈ। ਤੇ ਜਦੋਂ ਤੱਕ ਸਾਨੂੰ ਇਸ ਬਾਰੇ ਪੱਕਾ ਨਹੀਂ ਹੁੰਦਾ ਤੇ ਸਾਨੂੰ ਹਰ ਜਿਹੜੀ ਗੱਲ ਸਾਨੂੰ ਪ੍ਰਚਲਿਤ ਕੀਤੀ ਜਾਂਦੀ ਹੈ ਉਹਦੇ ਬਾਰੇ ਉਹ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਕਿਉਂਕਿ ਗੰਗੂ ਬਾਰੇ ਵੀ ਜਿਹੜਾ ਵਿਚਾਰ ਹੈ ਇਹ ਸਾਨੂੰ ਕੁਝ ਕੁ ਬਿਰਤਾਂਤਾਂ ਦੇ ਵਿੱਚ ਮਿਲਿਆ ਹੈ। ਸਾਰੇ ਇਤਿਹਾਸਕ ਬਿਰਤਾਂਤਾਂ ਦੇ ਵਿੱਚ ਇਹਦਾ ਨਾਮ ਨਹੀਂ ਆਉਂਦਾ, ਨਾ ਹੀ ਸਾਰੇ ਇਤਿਹਾਸਕ ਸਰੋਤਾਂ ਦੇ ਵਿੱਚ ਇਹਦਾ ਨਾਮ ਆਉਂਦਾ ਹੈ। ਪਰ ਜਦੋਂ ਇਹ ਨਾਮ ਇੱਕ ਵਾਰੀ ਪ੍ਰਚਲਿਤ ਹੋ ਗਿਆ ਤੇ ਅੱਜ ਇਹ ਲਗਭਗ ਪ੍ਰਵਾਨਿਤ ਬਿਰਤਾਂਤ ਹੀ ਬਣ ਚੁੱਕਾ ਹੈ ਤੇ ਹਰ ਬੰਦਾ ਇਸੇ ਗੱਲ ਨੂੰ ਮੰਨਦਾ ਹੈ ਕਿ ਗੰਗੂ ਨੇ ਹੀ ਇਹ ਧੋਖਾ ਕੀਤਾ ਸੀ ਤੇ ਸਤਿਗੁਰੂ ਜੀ ਦੇ ਪਰਿਵਾਰ ਨੂੰ ਮੁਗਲਾਂ ਦੇ ਹਵਾਲੇ ਕੀਤਾ ਸੀ। ਤੋ ਅੱਜ ਤਾਂ ਇਹੀ ਪੋਜੀਸ਼ਨ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹਦੇ ਬਾਰੇ ਹੋਰ ਖੋਜਾਂ ਹੋਣਗੀਆਂ ਤੇ ਇਹ ਸਾਰਾ ਨਿਤਾਰਾ ਹੋ ਜਾਵੇਗਾ। ਫਿਰ ਅਸੀਂ ਇਹਦੇ ਬਾਰੇ ਕੁਝ ਨਿਸ਼ਚੈ ਦੇ ਨਾਲ ਕੁਝ ਕਹਿ ਸਕਾਂਗੇ ਕਿ ਗੰਗੂ ਕੌਣ ਸੀ ਜਾਂ ਨਹੀਂ ਸੀ, ਜਾਂ ਉਹ ਕੀ ਕੰਮ ਕਰਦਾ ਸੀ, ਗੁਰੂ ਘਰ ਦਾ ਰਸੋਈਆ ਸੀ, ਮਸੰਦ ਸੀ ਜਾਂ ਕੌਣ ਸੀ। ਤੇ ਫਿਰ ਅਸੀਂ ਕੁਝ ਗੱਲ ਨਿਸ਼ਚੈ ਨਾਲ ਕਹਿ ਸਕਾਂਗੇ। ਅੱਜ ਤਾਂ ਇਹੀ ਪ੍ਰਚਲਿਤ ਬਿਰਤਾਂਤ ਹੈ ਕਿ ਗੁਰੂ ਘਰ ਦਾ ਉਹ ਰਸੋਈਆ ਹੁੰਦਾ ਸੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ। ਅੱਛਾ, ਬਲਕੀਤਰ ਸਿੰਘ ਜੀ, ਗਰੁੱਪ ਚੈਟ ਵਿੱਚ ਸਰਜਿੰਦਰਬੀਰ ਸਿੰਘ ਜੀ ਨੇ ਪੁੱਛਿਆ ਵੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦਿਆਂ ਨੂੰ ਸਾੜਿਆ ਵੀ ਸੀ? ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਈ ਗੱਲਾਂ ਖੋਜ ਦੀ ਮੁਤਾਜ ਨੇ, ਅਗਰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਆਪਾਂ ਦੱਸ ਦਿਓ, ਤਾਂ ਨਹੀਂ ਤੇ ਬਾਅਦ ਚ ਕਰ ਇਹ ਸਕਦੇ ਹਾਂ। ਪ੍ਰਸ਼ਨ ਰੱਖ ਲਓ ਜੀ, ਇਹਦੇ ਬਾਰੇ ਵਿਚਾਰ ਕਰਕੇ ਆਪਾਂ ਇਹਦਾ ਠੀਕ। ਜਵਾਬ ਦੇ ਲਵਾਂਗੇ। ਠੀਕ ਹੈ ਜੀ। ਸੰਗਤ ਜੀ, ਆਪਦੇ ਗਰੁੱਪ ਚੈਟ ਜਿਹੜੀ ਵੀ ਸੁਜੈਸ਼ਨ ਸਾਨੂੰ ਆਉਂਦੀ ਹੈ, ਸਵਾਲ ਆਉਂਦਾ, ਤੇ ਅਸੀਂ ਉਹਨੂੰ ਨੋਟ ਕਰਦੇ ਹਾਂ। ਤੋ ਇਹ ਵੀ ਇੱਕ ਦੋ ਹੋਰ ਮਨਜੀਤ ਸਿੰਘ ਖਾਲਸਾ ਜੀ ਨੇ ਵੀ ਲਿਖਿਆ, ਤੋ ਉਹ ਵੀ ਨੋਟ ਕਰ ਲਾਂਗੇ ਤੇ ਅਗਲੇ ਸੋਮਵਾਰ ਕੋਸ਼ਿਸ਼ ਕਰਾਂਗੇ ਜੋ ਸਾਨੂੰ ਉਹ 'ਚ ਲੱਭ ਸਕੇਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਧੰਨਵਾਦ ਵੀਰ ਪ੍ਰਭਕੀਰਤਨ ਸਿੰਘ ਜੀ, ਆਪ ਜੀ ਨੇ ਇਸ ਸਵਾਲ ਦਾ ਸਾਨੂੰ ਉੱਤਰ ਜਿਹੜਾ ਦਿੱਤਾ। ਬਾਕੀ ਜਿਹੜੀ ਗੱਲ ਵੀਰ ਜੀ ਨੇ ਕਹੀ, ਸੰਗਤ ਜੀ ਬਹੁਤ ਧਿਆਨ ਮੰਗਦੀ ਹੈ ਕਿ ਸੋਸ਼ਲ ਮੀਡੀਆ ਤੇ ਜੋ ਕਿਸੇ ਦਾ ਦਿਲ ਕਰਦਾ ਪਾਈ ਜਾਂਦਾ, ਤੇ ਇੱਕ ਤੇ ਉਹਨੂੰ ਬੜੇ ਧਿਆਨ ਨਾਲ ਵਾਚਣਾ ਚਾਹੀਦਾ ਵੀ ਠੀਕ ਹੈ ਗਲਤ ਹੈ, ਤੇ ਉਸ ਤੋਂ ਵੀ ਇੱਕ ਜ਼ਰੂਰੀ ਗੱਲ ਇਹ ਹੈ ਕਿ ਕੋਈ ਵੀ ਚੀਜ਼ ਆਵੇ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਜਿੰਨਾ ਚਿਰ ਉਹਦੀ ਅਥੈਂਟਿਸਿਟੀ ਦਾ ਨਹੀਂ ਪਤਾ ਵੀ ਠੀਕ ਹੈ ਨਹੀਂ ਹੈ, ਉਹਨਾਂ ਚਿਰ ਕਿਰਪਾ ਕਰਕੇ ਅੱਗੇ ਨਾ ਪਾਇਆ ਜਾਏ। ਵੇਖਣ 'ਚ ਆਉਂਦਾ ਕਿ ਕੋਈ ਚੀਜ਼ ਕੋਈ ਪਾ ਦਿੰਦਾ, ਉਹ ਅੱਗੇ ਤੋਂ ਅੱਗੇ ਭੇਜੀ ਜਾਂਦੇ ਨੇ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਵੀ ਸੋਸ਼ਲ ਮੀਡੀਆ ਦਾ ਇੱਕ ਘਾਟਾ ਇਹ ਵੀ ਹੋਇਆ ਕਿ ਇੰਨੀਆਂ ਜ਼ਿਆਦਾ ਗੁਰੂ ਮਹਾਰਾਜ ਦੀਆਂ ਮਨੋਕਲਪਿਤ ਜਿਹੜੀਆਂ ਤਸਵੀਰਾਂ ਨੇ ਉਹ ਸਰਕੂਲੇਟ ਹੋ ਰਹੀਆਂ ਨੇ, ਤੇ ਮਤਲਬ ਵੀ ਪਤਾ ਨਹੀਂ ਕਿੱਥੇ ਜਾ ਕੇ ਕੰਮ ਰੁਕੇਗਾ ਜਾਂ ਇਹਦਾ ਕੀ ਰਿਜ਼ਲਟ ਨਿਕਲ ਆਏਗਾ। ਸੋ ਸਾਨੂੰ ਆਪਣੇ ਆਪ ਤੌਰ ਤੇ, ਜਿਵੇਂ ਪਿੱਛੇ ਮੈਂ ਬੇਨਤੀ ਕੀਤੀ ਹੈ ਕਿ ਗੁਰੂ ਮਹਾਰਾਜ ਨੇ ਇਹ ਸਿੱਖ ਧਰਮ ਜਿਹੜਾ ਇੱਕ ਨਿਵੇਕਲਾ ਧਰਮ ਬਣਾਇਆ, ਉਹ ਸਾਡੀ ਨਿਵੇਕਲੀ ਦਿੱਖ ਹੈ, ਸਾਡੀ ਨਿਵੇਕਲੀ ਰਹਿਣੀ ਬਹਿਣੀ ਹੈ, ਤੇ ਉਹਨੂੰ ਕਾਇਮ ਰੱਖਣਾ, ਉੱਤੇ ਪਹਿਰਾ ਦੇਣਾ ਹਰੇਕ ਸਿੱਖ ਦਾ ਫਰਜ਼ ਹੈ। ਧਿਆਨ ਰੱਖੀਏ। ਧੰਨਵਾਦ ਵੀਰ ਪ੍ਰਭਕੀਰਤਨ ਸਿੰਘ ਜੀ। ਤੋ ਸੰਗਤ ਜੀ ਆਓ, ਅਗਲਾ ਸਵਾਲ ਜਿਹੜਾ ਹੈ ਉਹ ਸਵਾਲ ਕਰਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 525 ਤੇ ਇੱਕ ਤੁਕ ਹੈ, ਕੌਣ ਕਹੈ ਕਿਨ ਬੂਝੀਐ ਰਮਈਆ ਆਕੁਲ ਰੀ ਬਾਈ। ਤੇ ਸਵਾਲ ਕਰਤਾ ਪਹਿਲੇ ਵੀ ਆਕਲ ਦੇ ਅਰਥ ਕੀ ਨੇ। ਬੇਨਤੀ ਕਰ ਰਿਹਾ ਸਾਜਗੀਰ ਸਿੰਘ ਜੀ ਨੂੰ ਵੀ ਇਹਨਾਂ ਤੁਕਾਂ ਦੇ ਅਰਥ ਸਾਨੂੰ ਸਮਝਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਸ਼ਬਦ ਨਾਮਦੇਵ ਜੀ ਨੇ ਗੁਜਰੀ ਰਾਗ ਵਿੱਚ ਉਚਾਰਿਆ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 525 ਉੱਪਰ ਦਰਜ ਹੈ। ਇਸ ਸ਼ਬਦ ਵਿੱਚ ਨਾਮਦੇਵ ਜੀ ਨੇ ਪਰਮਾਤਮਾ ਦੇ ਗੁਣ ਵਰਣਨ ਕਰਦਿਆਂ ਦੱਸਿਆ ਹੈ ਕਿ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਸਦਾ ਕੋਈ ਵੀ ਬੰਦਾ ਭੇਦ ਨਹੀਂ ਪਾ ਸਕਦਾ। ਸ਼ਬਦ ਇਸ ਤਰ੍ਹਾਂ ਹੈ, ਮਲੇ ਨਾ ਲਾਛੈ ਪਰ ਮਲੋ ਪਰਮ ਲਿਓ ਬੈਠੋ ਰੀ ਆਈ। ਮਲੇ ਦਾ ਮਤਲਬ ਮੈਲ ਦਾ, ਲਾਛੈ ਮੈਨੇ ਦਾਗ, पर मलो मैंने मैल रहित मतलब निर्मल, परमलियो मैंने सुगंधी, री मैंने हे भैन। हे भैन, उस सोहणे राम नू मैल दा दाग तक नहीं है। अगली पंक्ति है, आवत किन ना पेख्यो कवने जाने री बाई। कवने मैंने कौन, री बाई मैंने हे भैन। हे भैन, उस सोहणे राम नू कदे किसी ने जमदा नहीं देखिया, कोई नहीं जानता कि वह किहो जिहा है। कौन कहे किन बुझिए रमैया आकुल री बाई। कहे मैंने बयान कर सकता है, कौन कहे मैंने कौन बयान कर सकता है। भाव कोई भी बयान नहीं कर सकता। किन मैंने किसने, अकुल मैंने सर्व व्यापक, रमैया मैंने सोहना राम। हे भैन, मेरा सोहना राम हर थां व्यापक है, पर कोई भी जीव उसका मुकम्मल स्वरूप बयान नहीं कर सकता। किसी ने भी प्रभु के मुकम्मल स्वरूप नू नहीं समझिया। अगे ना गुरु साहब एग्जाम्पल दे के समझा रहे ने कि परमात्मा का अंत क्यों नहीं पाया जा सकता जी। ज्यों आकाशे पंखी लो खोज निरख्यो ना जाई। निरख्यो ने ना जायदा मतलब है वेख्या नहीं जा सकता। जिमें आकाश विच पंछी उड़ता है पर उसके उड़न वाले रास्ते नू नहीं देखा जा सकता। ज्यों जल माझै मछलो मार्ग पेख नू ना जाई। माझे मैंने बिच, मार्ग मैंने रस्ता, मछलो मैंने मच्छी। जिमें मच्छी पानी विच तैरती है पर जिस रास्ते उत्ते तैरती है वो राह वेख्या नहीं जा सकता है। तिवें
ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਅਗਲੀ ਫਿਰ ਇੱਕ ਐਗਜ਼ਾਮਪਲ ਹੈ, ਜਿਉਂ ਆਕਾਸ਼ੇ ਘੜੂ ਵੱਲੋਂ ਮਿਰਗ ਤ੍ਰਿਸ਼ਨਾ ਭਰਿਆ। ਆਕਾਸ਼ੇ ਮੈਨੇ ਖੁੱਲੇ ਥਾਂ ਮੈਦਾਨ ਵਿੱਚ, ਘੜੂ ਵੱਲੋਂ ਮੈਨੇ ਪਾਣੀ ਦਾ ਘੜਾ, ਭਾਵ ਪਾਣੀ। ਮ੍ਰਿਗ ਤ੍ਰਿਸ਼ਨਾ ਮੈਨੇ ਠੱਗ ਨੀਰਾ, ਉਹ ਪਾਣੀ ਜੋ ਤਿਹਾਏ ਹਿਰਨ ਨੂੰ ਰੇਤਲੇ ਥਾਂ ਜਾਪਦਾ ਹੈ। ਜਿਵੇਂ ਖੁੱਲੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿਸਦਾ ਹੈ ਪਰ ਉਸ ਦਾ ਟਿਕਾਣਾ ਨਹੀਂ ਲੱਭਦਾ, ਇਸੇ ਤਰ੍ਹਾਂ ਪ੍ਰਭੂ ਦਾ ਖਾਸ ਟਿਕਾਣਾ ਨਹੀਂ ਲੱਭਦਾ। ਨਾਮੇ 'ਚ ਸਵਾਮੀ ਬੀਠਲੋ ਤਿੰਨ ਤੀਨੇ ਜਰਿਆ। ਚੇ ਮੈਨੇ ਦੇ, ਇਹ ਫਾਰਸ ਆਪਣੇ ਮਰਾਠੀ ਦਾ ਸ਼ਬਦ ਹੈਗਾ। ਚੇ ਮੈਨੇ ਦੇ, ਬੀਠਲੋ ਮੈਨੇ ਨਿਰਲੇਪ ਪ੍ਰਭੂ, ਤੀਨੇ ਮੈਨੇ ਤੀਨੇ ਤਾਪ, ਆਦ ਵਿਆਦ ਅਤੇ ਪਾਦ ਜੀ। ਜਰਿਆ ਮੈਨੇ ਸਾੜ ਦਿੱਤੇ ਹਨ। ਨਾਮੇ 'ਚ ਸਵਾਮੀ ਬੀਠਲੋ ਜਿਨ ਤੀਨੇ ਜਰਿਆ। ਨਾਮਦੇਵ ਦੇ ਖਸਮ ਬੀਠਲ ਪ੍ਰਭੂ ਐਸੇ ਹਨ ਜਿਸ ਨੇ ਮੇਰੇ ਤੀਨੇ ਤਾਪ ਸਾੜ ਦਿੱਤੇ, ਭਾਵ ਸਾਰੇ ਦੁੱਖ ਦੂਰ ਕਰ ਦਿੱਤੇ। ਅਕਲ ਦੇ ਅਰਥ ਕੁਲ ਰਹਿਤ ਪ੍ਰਭੂ ਵੀ ਹੁੰਦੇ ਹਨ ਜੀ। ਕਹਿਤ ਕਬੀਰ ਅਕਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਣਾ। ਪਰ ਇੱਥੇ ਅਕਲ ਦੇ ਅਰਥ ਸਰਬ ਵਿਆਪਕ ਪ੍ਰਭੂ ਹੈ। ਇਤਨੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜਗੀਰ ਸਿੰਘ ਜੀ, ਆਪ ਜੀ ਨੇ ਅਰਥ ਸਾਨੂੰ ਸਮਝਾਏ ਹਨ, ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ ਆਓ ਇੱਕ ਸ਼ਬਦ, ਇੱਕ ਹੋਰ ਸਵਾਲ ਜਿਹੜਾ ਸਾਡੇ ਕੋਲ ਆਇਆ ਉਹ ਹੈ ਕਿ ਮਤਲਬ ਜੋ ਸਵਾਲ ਕਰਤਾ ਲਿਖ ਰਿਹਾ ਉਹਨਾਂ ਦੇ ਮੁਤਾਬਕ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਇਹ ਬਾਣੀ ਲਿਖੀ ਹੈ, ਮੈਂ ਕਹਿ ਰਿਹਾ ਦੁਬਾਰਾ ਇੱਕ ਸਵਾਲ ਕਰਤਾ ਦੇ ਮੁਤਾਬਕ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਲਿਖੀ ਹੈ ਉਹਦੇ ਵਿੱਚ ਅਵਤਾਰਵਾਦ ਦਾ ਜ਼ਿਕਰ ਬਹੁਤ ਜ਼ਿਆਦਾ ਆਉਂਦਾ, ਤੇ ਦੂਸਰੇ ਪਾਸੇ ਉਹਨਾਂ ਦੀ ਲਿਖਤ ਵਿੱਚ ਆਉਂਦਾ ਕਿ ਕਿਸ਼ਨ ਵਿਸ਼ਨ ਕਬੂ ਨਾ ਧਿਆਨ। ਤੇ ਕਹਿਣ ਦਾ ਮਤਲਬ ਇਹ ਹੈ, ਜਿਹੜਾ ਸਵਾਲ ਕਰਤਾ ਕਹਿੰਦਾ ਵੀ ਕੀ ਵਿਰੋਧਾਭਾਸ ਨਹੀਂ, ਵੀ ਕਿਤੇ ਉਹਨਾਂ ਦੀ ਉਪਮਾ ਅਵਤਾਰਾਂ ਦੀ ਤੇ ਕਿਤੇ ਨਿਖੇਧੀ ਹੈ, ਵੀ ਇਹਦੇ ਚ ਇਹ ਕੀ ਹੈ, ਅਸਲੀਅਤ ਕੀ ਹੈ। ਮੈਂ ਬੇਨਤੀ ਕਰ ਹਰਜੀਤ ਸਿੰਘ ਜੀ ਨੂੰ ਬਈ ਇਹ ਜਿਹੜਾ ਸਵਾਲ ਹੈਗਾ, ਮੈਂ ਬੇਨਤੀ ਕਰਦਾ ਸੰਗਤ ਜੀ ਵੀ ਇਹ ਜਿਹੜੇ ਸਵਾਲ ਨੇ ਬੜੇ ਔਖੇ ਸਵਾਲ ਨੇ, ਕਿਉਂਕਿ ਇਹਨਾਂ ਬਾਰੇ ਬਹੁਤ ਸਾਰੀਆਂ ਵੱਖ-ਵੱਖ ਰਾਵਾਂ ਨੇ। ਪਰ ਫਿਰ ਵੀ ਮੈਂ ਬੇਨਤੀ ਕਰਦਾ ਹਰਜੀਤ ਸਿੰਘ ਜੀ ਨੂੰ ਵੀ ਜੋ ਕੁਝ ਆਪਾਂ ਨੂੰ ਸਮਝ ਆ ਸਕਦਾ ਆਪਾਂ ਸੰਗਤ ਨਾਲ ਸਾਂਝਾ ਕਰ ਲਈਏ। ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਰਚਨਾਵਾਂ ਦਾ ਜ਼ਿਕਰ ਸਵਾਲਕਰਤਾ ਨੇ ਕੀਤਾ ਹੈ, ਆਮ ਤੌਰ ਤੇ ਇਹਨਾਂ ਰਚਨਾਵਾਂ ਨੂੰ ਦਸਵੇਂ ਪਾਤਸ਼ਾਹ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਤੇ ਇਸ ਗ੍ਰੰਥ ਦੇ ਨਾਮ ਨੂੰ ਦਸਮ ਗ੍ਰੰਥ ਦਾ ਨਾਮ ਵੀ ਦਿੱਤਾ ਜਾਂਦਾ ਹੈ। ਦਸਮ ਗ੍ਰੰਥ ਕੀ ਹੈ? ਨਾਮ ਬੜਾ ਪ੍ਰਚਲਿਤ ਹੈ, ਨਾਮ ਬੜਾ ਮਸ਼ਹੂਰ ਹੈ, ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਇਹਦੇ ਅੰਦਰ ਕੀ ਹੈ, ਇਹਦੇ ਦੀਆਂ ਰਚਨਾਵਾਂ ਕਿਹੜੀਆਂ ਹਨ, ਇਹਦੇ ਵਿੱਚ ਕੀ ਕੁਝ ਦਰਜ ਹੈ, ਇਹਦੇ ਬਾਰੇ ਮੇਰਾ ਖਿਆਲ ਹੈ 1% ਵੀ ਸਿੱਖਾਂ ਨੂੰ ਸ਼ਾਇਦ ਪਤਾ ਨਹੀਂ ਹੈ। ਔਰ ਦੂਜੀ ਬੇਨਤੀ ਵੀ ਇਹਨਾਂ ਰਚਨਾਵਾਂ ਬਾਰੇ ਮਤਭੇਦ ਸ਼ੁਰੂ ਤੋਂ ਹੀ ਚੱਲਦੇ ਆਉਂਦੇ ਹਨ। ਕੁਝ ਵਿਦਵਾਨ ਤਾਂ ਇਹਨਾਂ ਸਮੁੱਚੀਆਂ ਰਚਨਾਵਾਂ ਨੂੰ ਦਸਵੇਂ ਪਾਤਸ਼ਾਹ ਦੀਆਂ ਰਚਿਤ ਰਚਨਾਵਾਂ ਮੰਨਦੇ ਹਨ ਤੇ ਕੁਝ ਵਿਦਵਾਨ ਕੁਝ ਹਿੱਸੇ ਨੂੰ ਮੰਨਦੇ ਹਨ ਤੇ ਕੁਝ ਵਿਦਵਾਨ ਬਿਲਕੁਲ ਹੀ ਨਹੀਂ ਮੰਨਦੇ। ਇੱਕ ਗੱਲ ਜ਼ਰੂਰ ਮੰਨੀ ਜਾਂਦੀ ਹੈ ਜੋ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ 'ਚ ਲਿਖੀ ਹੈ ਵੀ ਇਹ ਗ੍ਰੰਥ 1721 ਤੋਂ ਬਾਅਦ ਹੋਂਦ ਵਿੱਚ ਆਉਂਦਾ ਹੈ ਜਾਂ ਯਤਨ ਕੀਤਾ ਗਿਆ। ਇਹ ਗੱਲ ਭਾਈ ਕਾਹਨ ਸਿੰਘ ਨਾਭਾ ਜੀ ਨੇ ਸੰਮਤ 1778 ਤੇ ਸੰਨ 1721 ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ। ਇਹਦੇ ਨਾਲ ਉਹਦੇ 'ਚ ਇਹ ਵੀ ਲਿਖਿਆ ਗਿਆ ਹੈ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਹ ਯਤਨ ਦੇ ਵਿੱਚ ਬਹੁਤ ਸਾਰੀਆਂ ਜਿੱਥੇ ਦਸਮ ਪਾਤਸ਼ਾਹ ਦੀ ਕੋਈ ਰਚਨਾ ਦੇ ਨਾਲ ਨਾਲ ਜਾਂ ਉਹਨਾਂ ਦੀ ਉਪਦੇਸ਼ਮਈ ਬਾਣੀ ਦੇ ਨਾਲ ਨਾਲ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਜਿਹੜੇ ਹਨ ਉਹ ਇਕੱਠੇ ਕਰਕੇ ਇੱਕ ਜਿਲਦ ਬਣਾ ਦਿੱਤੀ ਗਈ, ਜਿਹਨੂੰ ਦਸਵੇਂ ਪਾਤਸ਼ਾਹ ਦਾ ਗ੍ਰੰਥ ਦਾ ਨਾਮ ਜਿਹੜਾ ਸੀ ਉਹ ਦੇ ਦਿੱਤਾ ਗਿਆ। ਤੇ ਜਿਹੜਾ ਥੋੜਾ ਜਿਹਾ ਆਪਾਂ ਝਾਤ ਮਾਰ ਲਈਏ ਦਸਮ ਪਾਤਸ਼ਾਹ ਇਸ ਗ੍ਰੰਥ ਬਾਰੇ, ਤੇ ਇਹਦੇ ਬਾਰੇ ਵੱਖ-ਵੱਖ ਬੀੜਾਂ ਜਿਹੜੀਆਂ ਹਨ ਦਸਮ ਗ੍ਰੰਥੀਆਂ ਮਿਲਦੀਆਂ ਹਨ।
ਇੱਕ ਬੀੜ ਭਾਈ ਮਨੀ ਸਿੰਘ ਜੀ ਦੀ ਇਹ ਨਾਮ ਦੇ ਨਾਲ ਲਿਖੀ ਜਾਂਦੀ ਹੈ, ਮਿਲਦੀ ਹੈ, ਪਰ ਇਹ ਤਕਰੀਬਨ 225 230 ਸਾਲ ਜਾਂ 240 ਸਾਲ ਪੁਰਾਣੀ ਉਹਦੀ ਜਾਪਦੀ ਹੈ, ਜੋ ਲਿਖਾਈ ਔਰ ਉਹਦੇ ਕਾਗਜ਼ ਦੇ ਮੁਤਾਬਕ। ਇੱਕ ਬੀੜ ਮੋਤੀ ਬਾਗ ਪਟਿਆਲੇ ਵਾਲੀ ਬੀੜ ਹੈ, ਜਿਹੜੀ ਬੀੜ ਤਕਰੀਬਨ 170-72 ਸਾਲ ਪੁਰਾਣੀ ਜਾਪਦੀ ਹੈ। ਸਿੱਧ ਕਰਦੇ ਹਨ ਜਿਹੜੇ ਸਿਆਣੇ ਹਨ, ਉਹਨਾਂ ਦੇ ਹਾਸ਼ੀਏ, ਉਹਨਾਂ ਦੇ ਕਾਗਜ਼ ਤੇ ਉਹਨਾਂ ਦੇ ਸਰੂਪ ਨੂੰ ਦੇਖ ਕੇ ਇਹ ਸਿੱਧ ਕੀਤਾ ਜਾਂਦਾ ਹੈ। ਇੱਕ ਸੰਗਰੂਰ ਵਾਲੀ ਬੀੜ ਹੈ, ਇਹ ਵੀ ਤਕਰੀਬਨ 200 ਸਾਲ ਪੁਰਾਣੀ ਬੀੜ ਹੈ। ਇੱਕ ਪਟਨੇ ਵਾਲੀ ਬੀੜ ਹੈ, ਜਿਹਦਾ ਤਕਰੀਬਨ 170-72 ਸਾਲ ਪੁਰਾਣੇ ਜਿਹਦੇ 713 ਪੰਨੇ ਹਨ ਟੋਟਲ, ਤਾਂ ਉਹ ਬੀੜ ਹੈ। ਤਾਂ ਮੈਂ ਇਸ ਚੱਕਰ 'ਚ ਨਾ ਪੈਂਦਾ ਹੋਇਆ ਸਿਰਫ ਇੰਨਾ ਕੁ ਬੇਨਤੀ ਕਰਦਾ ਵੀ ਜੇ ਇਸ ਗ੍ਰੰਥ ਦੀ ਤਰਤੀਬ ਨੂੰ ਵੇਖ ਲਈਏ ਤੇ ਇਹ 'ਚ ਕੀ ਦਰਜ ਹੈ, ਇਹ 'ਚ ਕੀ ਹੈ, ਤਾਂ ਫਿਰ ਉਹ ਨਜ਼ਰ ਆਉਂਦਾ ਇਹ 'ਚ ਅਕਾਲ ਉਸਤਤ, ਜਾਪ, ਵਿਚਿੱਤਰ ਨਾਟਕ, ਜਿਹਨੂੰ ਆਪਣੀ ਕਥਾ ਦਾ ਨਾਮ ਵੀ ਦਿੱਤਾ ਜਾਂਦਾ ਹੈ, ਚੰਡੀ ਚਰਿੱਤਰ, ਜਿਹੜਾ ਉਕਤ ਬਲਾਸ, ਚੰਡੀ ਚਰਿੱਤਰ ਦੂਜਾ, ਵਾਰ ਸ਼੍ਰੀ ਭਗਵਤੀ ਜੀ ਕੀ, ਭਾਵ ਦੁਰਗਾ ਦੀ ਵਾਰ, ਗਿਆਨ ਪ੍ਰਬੋਧ, 24 ਅਵਤਾਰ, ਜਿਹਨੂੰ ਕ੍ਰਿਸ਼ਨ ਅਵਤਾਰ ਵੀ, ਵਿਸ਼ਨੂੰ ਅਵਤਾਰ ਵੀ ਕਿਹਾ ਜਾਂਦਾ ਹੈ, ਬ੍ਰਹਮ ਅਵਤਾਰ, ਰੁਦਰਾ ਅਵਤਾਰ, ਇਹ ਦੱਤਾਤਰੇय ਤੇ ਪਾਰਸਨਾਥ ਦੀ ਕਹਾਣੀ ਹੈ। ਇਹ ਵਿਸ਼ਨ ਪਦ ਹੈ, ਜਿਹਨੂੰ ਸ਼ਬਦ ਹਜ਼ਾਰੇ ਦਾ ਨਾਮ ਦਿੱਤਾ ਗਿਆ। 33 ਸੋਈਏ, ਖਾਲਸਾ ਮਹਿਮਾ, ਸ਼ਸਤਰ ਨਾਮ ਮਾਲਾ, ਚੇਤਰੋ ਬਖਿਆਨ ਦਾ ਬਹੁਤਾ ਹਿੱਸਾ ਜਿਹੜਾ ਭਰਿਆ ਹੋਇਆ ਹੈ, ਤੈਨੂੰ ਤ੍ਰੈ ਚਰਿੱਤਰ ਵੀ ਕਿਹਾ ਜਾਂਦਾ ਹੈ। ਜ਼ਫਰਨਾਮਾ ਤੇ ਹਕਾਇਤਾਂ ਇਹਦੇ ਅੰਦਰ ਦਰਜ ਹਨ। ਹੁਣ ਸਵਾਲ ਇਹ ਆ ਗਿਆ ਵੀ ਇਹ ਰਚਨਾਵਾਂ ਲਿਖੀਆਂ ਕਿੰਨੇ ਗਈਆਂ, ਕਿੱਥੋਂ ਆਈਆਂ? ਇਹਨਾਂ ਦਾ ਬਹੁਤ ਜ਼ਿਆਦਾ ਹੀ ਮਤਭੇਦ ਹਨ ਵਿਦਵਾਨਾਂ ਦੇ ਵਿੱਚ, ਅਜੇ ਤੱਕ ਵੀ ਇਹਦੀ ਸਹਿਮਤੀ ਨਹੀਂ ਬਣੀ। ਅਗਲੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰਦੇ ਹਾਂ ਕਿ ਦਸਮ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੰਦਰ ਰੱਖੀ ਔਰ ਜੁਗਤੀ ਗੁਰੂ ਪੰਥ ਅੰਦਰ ਰੱਖੀ, ਔਰ ਆਪ ਨਮਸਕਾਰ ਕਰਕੇ ਹਦਾਇਤ ਕਰ ਦਿੱਤੀ ਕਿ ਸਿੱਖਾਂ ਦਾ ਗੁਰੂ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇਸ ਗ੍ਰੰਥ ਦੇ ਬਰਾਬਰ ਪੰਥ ਨੇ ਫੈਸਲਾ ਕਰ ਦਿੱਤਾ ਕਿਸੇ ਵੀ ਹੋਰ ਗ੍ਰੰਥ ਨੂੰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਦੇਖਦਿਆਂ ਹੋਇਆ, ਕਿਉਂਕਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹੈ, ਗੁਰੂ ਗ੍ਰੰਥ ਸਾਹਿਬ ਜੀ ਹਨ, ਤੇ ਗੁਰੂ ਦੇ ਬਰਾਬਰ ਹੋਰ ਗ੍ਰੰਥ ਨੂੰ ਪ੍ਰਕਾਸ਼ ਕਰਨਾ ਗੁਰੂ ਦੀ ਘੋਰ ਨਰਾਦਰੀ ਹੈ। ਪਰ ਬਹੁਤ ਸਾਰੀਆਂ ਸਾਜ਼ਿਸ਼ਾਂ ਜੋ ਹੋ ਰਹੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਨੀਵਾਂ ਦਿਖਾਉਣ ਦੇ ਲਈ, ਤੇ ਬਹੁਤ ਸਾਰੇ ਸਥਾਨਾਂ ਦੇ ਉੱਤੇ, ਕੇਂਦਰੀ ਸਥਾਨਾਂ ਦੇ ਉੱਤੇ ਵੀ ਇਸ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਗਿਆ ਜਾਂ ਕੀਤਾ ਜਾਂਦਾ ਹੈ। ਪਰ ਅੱਜ ਯਤਨ ਹੋ ਰਹੇ ਹਨ ਰੋਜ਼ ਕਿਤੇ ਨਾ ਕਿਤੇ ਝਗੜਾ ਕਰਕੇ ਧੱਕੇ ਨਾਲ ਗੁਰਦੁਆਰਿਆਂ ਵਿੱਚ ਵੀ ਇਸ ਗ੍ਰੰਥ ਦਾ ਪ੍ਰਕਾਸ਼ ਕਰਾਇਆ ਜਾਵੇ। ਤਾਂ ਮੈਂ ਬੇਨਤੀ ਕਰਦਾ ਹਾਂ ਕਿ ਇਹ ਗ੍ਰੰਥ ਦੇ ਬਾਣੀਆਂ ਕਿਹਨੇ ਲਿਖੀਆਂ, ਇਹ ਵਿਦਵਾਨਾਂ ਦਾ ਸ਼ੁਰੂ ਤੋਂ ਮਤਭੇਦ ਤੁਰਿਆ ਆਉਂਦਾ ਹੈ। ਬਹੁਤ ਸਾਰੇ ਕੁਝ ਵਿਦਵਾਨ ਜਿਹੜੇ, ਬਹੁਤ ਥੋੜੇ ਵਿਦਵਾਨ ਹਨ ਜਿਹੜੇ ਇਹਨੂੰ ਗੁਰੂਕ੍ਰਿਤ ਮੰਨਦੇ ਹਨ। ਬਹੁਤ ਸਾਰੇ ਵਿਦਵਾਨ ਜਿਹੜੇ ਜ਼ਿਆਦਾ ਵਿਦਵਾਨ ਹਨ ਉਹਨਾਂ ਦਾ ਮਤ ਇਹੋ ਹੀ ਹੈ ਕਿ ਇਹ ਰਚਨਾਵਾਂ ਜਿਹੜੀਆਂ ਹਨ ਇਹ ਦਰਬਾਰੀ ਕਵੀਆਂ ਦੀਆਂ ਹਨ। ਇਹ ਵੀ ਕਿਹਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਗ੍ਰੰਥ ਆਪਣੇ ਕਵੀਆਂ ਕੋਲੋਂ ਲਿਖਵਾਇਆ ਸੀ, ਉਹਨਾਂ ਦੀਆਂ ਜਿਹ ਉਹਦੀਆਂ ਆਪਣੀਆਂ ਰਚਨਾਵਾਂ ਵੀ ਦਰਜ ਸਨ। ਇਹ ਅਨੰਦਪੁਰ ਸਾਹਿਬ ਤਿਆਗਣ ਸਮੇਂ 1704 ਈਸਵੀ ਸਰਸਾ ਨਦੀ ਦੀ ਭੇਟ ਹੋ ਗਿਆ ਸੀ, ਜਿਹਦਾ ਨਾਮ ਇਤਿਹਾਸ ਵਿੱਚ ਵਿਦਿਆ ਸਾਗਰ ਜਾਂ ਵਿਦਿਆਧਰ ਗ੍ਰੰਥ ਕਰਕੇ ਵੀ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ 1708 ਤੋਂ ਬਾਅਦ ਇਹ ਯਤਨ ਹੋਇਆ ਵੀ ਸਤਿਗੁਰੂ ਦੀਆਂ ਰਚਨਾਵਾਂ ਨੂੰ ਕਿਤੋਂ ਲੱਭਿਆ ਜਾਵੇ, ਕੀਤਾ ਜਾਵੇ। ਬਹੁਤ ਸਾਰੇ ਸ਼ਰਧਾਲੂਆਂ ਪਾਸ ਕਿਤੇ ਨਾ ਕਿਤੇ ਕੁਝ ਸੁਰੱਖਿਅਤ ਹੋਣਗੀਆਂ ਜਾਂ ਕਿਸ ਤਰ੍ਹਾਂ ਹੋਵੇਗਾ, ਇਹ ਯਤਨ ਇੱਕ ਕੀਤਾ ਗਿਆ ਜਿਹੜਾ ਭਾਈ ਮਨੀ ਸਿੰਘ ਜੀ ਦਾ ਨਾਮ ਜਿਹੜਾ ਹੈ ਇਹ ਜੁੜਦਾ ਹੈ। ਤਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਜਿਹੜੀ ਹੈ ਉਹ ਹੋ ਜਾਂਦੀ ਹੈ 1734 ਦੇ ਕਰੀਬ, ਤੇ ਭਾਈ ਇਹ ਬੀੜ ਦੀ ਜਿਹੜੀ ਬੀੜ ਹੈ ਇਹ 1738 ਤੋਂ ਬਾਅਦ ਜਾ ਕੇ ਇਹਦਾ ਜਲਦ ਜਿਹੜੀ ਹੈ ਬਣਦੀ ਹੈ, ਜਿਹਨੂੰ ਦਸਮ ਪਾਤਸ਼ਾਹ ਦੀ ਬੀੜ ਕਹਿ ਕੇ ਪ੍ਰਚਲਿਤ ਕੀਤਾ ਜਾਂਦਾ ਹੈ। ਤਾਂ ਇਸ ਤੋਂ ਬਾਅਦ ਦੀਆਂ ਲਹਿਰਾਂ ਚੱਲਦੀਆਂ ਹਨ, ਬਹੁਤ ਅੱਗੇ ਸਿੱਖ ਰਾਜ ਆਉਂਦਾ ਹੈ, ਕੁਛ ਉਹਦੇ ਬਾਰੇ ਵਿਚਾਰ ਨਹੀਂ ਹੋਈ ਤੇ ਅੱਜ ਤੱਕ ਵੀ ਪੰਥ ਨੇ ਇਹਦੇ ਬਾਰੇ ਵਿਚਾਰ ਨਹੀਂ ਕੀਤੀ। ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਇਹ ਦਸਮ ਗ੍ਰੰਥ ਬਾਰੇ ਜਿਹੜਾ ਵਾਦ ਵਿਵਾਦ ਵਿੱਚ ਇੱਕ ਪ੍ਰਸਿੱਧ ਲੇਖਕ ਸ਼ਮਸ਼ੇਰ ਸਿੰਘ ਜੀ ਅਸ਼ੋਕ ਹੋਏ ਹਨ, ਉਹਨਾਂ ਨੇ ਵੀ ਇਹ 'ਚ ਕਾਫੀ ਹਿੱਸਾ ਪਾਇਆ। ਰਤਨ ਸਿੰਘ ਜੱਗੀ, ਸ਼ਮਸ਼ੇਰ ਸਿੰਘ ਅਸ਼ੋਕ, ਇਹਨਾਂ ਦੇ ਕਾਫੀ ਰਚਨਾ ਦੇ, ਉਹਨਾਂ ਦੇ ਬਹੁਤ ਸਾਰੇ ਲੇਖ ਜਿਹੜੇ ਹਨ
ਉਹ ਅਖਬਾਰਾਂ ਵਿੱਚ ਵੀ ਛਪਦੇ ਰਹੇ ਹਨ, ਜਿਨ੍ਹਾਂ ਨੇ ਇਹਦੀ ਅਸਲੀਅਤ ਨੂੰ ਪ੍ਰਗਟ ਕੀਤਾ ਹੈ। ਤਾਂ ਅਸਲ ਵਿੱਚ ਇਹਨਾਂ ਰਚਨਾਵਾਂ ਵਿੱਚ ਮਤਭੇਦ ਹੋਣੇ ਸੁਭਾਵਕ ਹਨ, ਕਿਉਂਕਿ ਇਹ ਰਚਨਾਵਾਂ ਇੱਕ ਸਮੇਂ ਉੱਤੇ ਲਿਖੀਆਂ ਨਹੀਂ ਗਈਆਂ ਤੇ ਨਾ ਹੀ ਇੱਕ ਸਮੇਂ ਤੇ ਇਕੱਠੀਆਂ ਕੀਤੀਆਂ ਗਈਆਂ ਹਨ। ਇਹਦਾ ਜਿਹੜਾ ਖੋਜ ਨਿਬੰਧ ਜਿਹੜੇ ਮਿਲਦੇ ਹਨ, ਉਹਨਾਂ ਤੋਂ ਵੀ ਗੱਲ ਸਪਸ਼ਟ ਹੁੰਦੀ ਹੈ ਕਿ ਇਹਨਾਂ ਦੀ ਲਿਖਤ ਦਾ ਔਰ ਇਹਨਾਂ ਦੇ ਪੇਪਰ ਦਾ ਵੀ ਫਰਕ ਹੈ। ਤਾਂ ਇਸ ਗ੍ਰੰਥ ਨੂੰ ਅਜੇ ਤੱਕ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਅਥੈਂਟਿਕ ਗ੍ਰੰਥ ਸਾਡੇ ਕੋਲ ਹੈ, ਜਦ ਤੱਕ ਪੰਥ ਦੇ ਬਾਰੇ ਕੋਈ ਨਿਰਣਾ ਨਹੀਂ ਕਰਦਾ। ਤਾਂ ਇਸ ਬਾਰੇ ਇਹ ਜਿਹੜੇ ਦੋ ਵਿਚਾਰ ਆਏ ਹਨ ਵੀ ਇੱਕ ਜਗ੍ਹਾ ਦੇ ਉੱਤੇ ਦੇਵੀਆਂ ਦੀ ਉਸਤਤ ਤੇ ਇੱਕ ਜਗ੍ਹਾ ਦੇਵੀਆਂ ਦਾ ਖੰਡਨ ਕੀਤਾ ਗਿਆ ਹੈ, ਇਹ ਆਉਣੇ ਸੁਭਾਵਿਕ ਹੀ ਹਨ, ਕਿਉਂਕਿ ਵੱਖ-ਵੱਖ ਲਿਖਤਾਂ ਜਦੋਂ ਵੱਖ-ਵੱਖ ਵਿਦਵਾਨਾਂ ਦੀਆਂ ਇੱਕ ਜਗ੍ਹਾ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਹਦੇ ਵਿਦਵਾਨਾਂ ਦੇ ਵਿਚਾਰ ਵੀ ਜਿਹੜੇ ਹਨ ਉਹ ਅਲੱਗ-ਅਲੱਗ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਹਨ। ਤਾਂ ਜਦ ਤੱਕ ਇਹਦੇ ਬਾਰੇ ਕੋਈ ਨਿਰਣਾ ਨਹੀਂ ਹੁੰਦਾ, ਉਦੋਂ ਤੱਕ ਜੋ ਪੰਥਕ ਫੈਸਲੇ ਹਨ ਉਹ ਅਸੀਂ ਉਹਦੇ ਤੇ ਅਮਲ ਕਰ ਰਹੇ ਹਾਂ, ਜਿਹਦੇ ਵਿੱਚ ਸਾਨੂੰ ਜੋ ਨਿਤਨੇਮ ਦੀਆਂ ਬਾਣੀਆਂ ਹਦਾਇਤ ਕਰਨ ਦੀ ਹਦਾਇਤ ਹੈ ਉਹ ਅਸੀਂ ਕਰਦੇ ਹਾਂ। ਲੇਕਿਨ ਪੰਥ ਨੂੰ ਚਾਹੀਦਾ ਵੀ ਹੈ ਕਿ ਇਹਦੇ ਬਾਰੇ ਕੌਮ ਦੇ ਵਿੱਚ ਝਗੜਾ ਕਿਤੇ ਮਰਨ ਮਰਾਉਣ ਤੱਕ ਪਹੁੰਚ ਜਾਏ, ਉਸ ਤੋਂ ਪਹਿਲਾਂ ਇਹਦੇ ਬਾਰੇ ਫੈਸਲਾ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ, ਤਦ ਕਿ ਅਸੀਂ ਸਤਿਗੁਰੂ ਜੀ ਦੀ ਬਾਣੀ ਜਾਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਰਚਨਾਵਾਂ ਬਾਰੇ ਸਾਨੂੰ ਵੀ ਪਤਾ ਲੱਗ ਜਾਏ। ਅੱਜ ਬਹੁਤ ਸਾਰੇ ਵਿਰੋਧੀਆਂ ਨੇ ਇਸੇ ਗ੍ਰੰਥ ਨੂੰ ਆਧਾਰ ਬਣਾ ਕੇ ਉਹਨਾਂ ਨੇ ਵਿੱਚੋਂ ਰਮਾਇਣ ਦੀ ਗੱਲ ਵੀ ਕਰ ਦਿੱਤੀ, ਗੁਰੂ ਗੋਬਿੰਦ ਰਮਾਇਣ ਦੀ ਵੀ ਪ੍ਰਗਟ ਕਰ ਦਿੱਤੀ। ਉਹਨਾਂ ਨੇ ਇਸੇ ਗ੍ਰੰਥ ਨੂੰ ਆਧਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਦਾ ਪੁਜਾਰੀ ਵੀ ਦੱਸ ਦਿੱਤਾ। ਇਸੇ ਗ੍ਰੰਥ ਨੂੰ ਆਧਾਰ ਬਣਾ ਕੇ ਉਹਨਾਂ ਨੇ ਜੱਗ ਵੀ ਕਰਾ ਦਿੱਤੇ, ਔਰ ਇਸੇ ਗ੍ਰੰਥ ਦਾ ਆਧਾਰ ਕਰਾ ਕੇ ਉਹਨਾਂ ਨੇ ਨੈਣਾ ਦੇਵੀ ਤੇ ਦੇਵੀ ਪ੍ਰਗਟ ਕਰਨ ਦੀਆਂ ਗੱਲਾਂ ਵੀ ਕਰ ਦਿੱਤੀਆਂ। ਤਾਂ ਕੁਝ ਐਸੀਆਂ ਗੱਲਾਂ ਹਨ ਜਿਹੜੀਆਂ ਸਿੱਖ ਸਿਧਾਂਤਾਂ ਨੂੰ ਬਹੁਤ ਮਾਰੂ ਸੱਟ ਮਾਰਦੀਆਂ ਹਨ। ਤਾਂ ਸਾਨੂੰ ਇਸ ਗ੍ਰੰਥ ਬਾਰੇ ਗੁਰੂ ਪੰਥ ਨੂੰ ਬੇਨਤੀ ਕਰਨੀ ਚਾਹੀਦੀ ਹੈ ਵੀ ਇਹਦੇ ਬਾਰੇ ਨਿਰਣਾ ਕਰ ਦਿਓ, ਫੈਸਲਾ ਕਰੋ। ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਇਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ, ਔਰ ਕੇਵਲ ਰਹਿਤ ਮਰਿਆਦਾ ਵਿੱਚ ਨਹੀਂ, 2008 ਜੂਨ ਦੀ ਤਕਰੀਬਨ 6 ਜਾਂ 7 ਜੂਨ ਹੋਏਗੀ, ਜਿਸ ਦਿਨ ਅਕਾਲ ਤਖਤ ਦੇ ਜਥੇਦਾਰ ਉਸ ਵੇਲੇ ਜੋਗਿੰਦਰ ਸਿੰਘ ਬਦਾਂਤੀ ਵੱਲੋਂ ਦੁਬਾਰਾ ਸਿੱਖ ਸੰਗਤਾਂ ਦੇ ਨਾਲ ਸੰਦੇਸ਼ ਜਾਰੀ ਕੀਤਾ ਗਿਆ ਕਿ ਇਸ ਗ੍ਰੰਥ ਦਾ ਪਾਠ ਕਰਨਾ ਅਲੱਗ ਹੈ, ਲੇਕਿਨ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਨਹੀਂ ਕਰਨਾ। ਤਾਂ ਇਹ ਹਦਾਇਤ ਸਾਡੇ ਲਈ ਹੈ। ਤਾਂ ਇਸ ਬਾਰੇ ਇਹ ਜੋ ਸਵਾਲ ਹੈ ਵੀ ਇਹਦੇ ਚ ਮਤਭੇਦ ਹਨ, ਫਿਰ ਬੇਨਤੀ ਕਰਦੇ ਸੁਭਾਵਕ ਹਨ, ਕਿਉਂਕਿ ਇਹਦੀਆਂ ਰਚਨਾਵਾਂ ਇੱਕੋ ਸਮੇਂ ਹੋਈ ਲਿਖੀਆਂ ਨਹੀਂ ਮਿਲਦੀਆਂ, ਵੱਖ-ਵੱਖ ਲਿਖਾਰੀਆਂ ਦੇ ਵੱਖ-ਵੱਖ ਵਿਚਾਰ ਹੁੰਦੇ ਹਨ ਜੋ ਇਹਦੇ ਵਿੱਚ ਦਰਜ ਸਾਨੂੰ ਮਿਲਦੇ ਹਨ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੈਂ ਜਿਵੇਂ ਪਹਿਲੇ ਬੇਨਤੀ ਕੀਤੀ ਸੀ, ਬੜਾ ਅਹਿਮ ਔਰ ਸੂਖਮ ਵਿਸ਼ਾ ਜੀ, ਤੇ ਵੀਰ ਜੀ ਨੇ ਸਾਨੂੰ ਗੱਲਾਂ ਦੱਸੀਆਂ ਨੇ। ਮੈਂ ਬੇਨਤੀ ਕਰਦੇ ਸੰਗਤ ਜੀ, ਆਪਾਂ ਸੁਣਿਆ ਵੀ ਜੋ ਵੀਰ ਜੀ ਅਜੀਤ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਅਜੇ ਤੱਕ ਸਿੱਖ ਪੰਥ ਨੇ ਫੈਸਲਾ ਹੀ ਨਹੀਂ ਕੀਤਾ। ਪਰ ਦੂਜੇ ਪਾਸੇ ਇਹ ਹੈ, ਫੈਸਲਾ ਤਾਂ ਨਹੀਂ ਕੀਤਾ, ਪਰ ਜਿਹੜੀ ਹੁਣ ਦੀ ਯੰਗਰ ਜਨਰੇਸ਼ਨ ਹੈ ਉਹ ਇਸ ਪਾਸੇ ਜ਼ਿਆਦਾ ਅਟਰੈਕਟ ਹੋ ਗਈ। ਮੈਂ ਤੁਹਾਨੂੰ ਆਪਣੇ ਤਜਰਬੇ ਦੇ ਹਿਸਾਬ ਤੋਂ ਦੱਸਿਆ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਤਬਕਾ ਹੈ, ਉਹਨਾਂ 'ਚ ਇਹਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ। ਔਰ ਪਿੱਛੇ ਜੇ ਵੀ ਕੁਝ ਨੌਜਵਾਨਾਂ ਦੇ ਗਰੁੱਪਸ ਨੇ ਜਿਸ ਵੇਲੇ ਪਾਠ ਕੀਰਤਨ ਕਰਾਉਣਾ ਸੀ ਤਾਂ ਉੱਥੇ ਉਹਨਾਂ ਨੇ ਕਿਹਾ ਜੀ ਨਹੀਂ, ਇਸ ਦੇ ਪ੍ਰਕਾਸ਼ ਨਾਲ ਕਰਨਾ, ਦਸਮ ਗ੍ਰੰਥ ਦਾ ਪ੍ਰਕਾਸ਼ ਹੀ ਕਰਨਾ। ਤੇ ਕੁਝ ਇੱਕ ਥੋੜੇ ਬੱਚੇ ਸਨ ਜਿਨ੍ਹਾਂ ਨੇ ਕਿਹਾ ਵੀ ਨਹੀਂ ਕਰਨਾ ਚਾਹੀਦਾ, ਬਹੁਤੇ ਉਸ ਹੱਕ ਸਨ। ਫਿਰ ਉਹਨਾਂ ਨੇ ਕਿਹਾ ਜੀ ਸਿੱਧਾ ਕਰਦੇ ਆ ਵੀ ਉਹ ਜਿਹੜੀ ਉਹਦੀ ਪਾਲਕੀ 2 ਇੰਚ ਨੀਵੀਂ ਕਰ ਦੇਣੀ, ਤੇ ਕੀਤੀ ਤੇ ਕੀਤਾ ਉਹਨਾਂ ਨੇ। ਸੋ ਮਤਲਬ ਇਹ ਹੈ ਕਿ ਬੜੇ ਹੀ ਇਹ ਤਰੀਕੇ ਦੇ ਨਾਲ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹਟਾ ਕੇ ਹੋਰ ਪਾਸੇ ਵੀ ਲਾਇਆ ਜਾ ਰਿਹਾ। ਸਿਰਫ ਇਹ ਦਸਮ ਗ੍ਰੰਥ ਦੀ ਗੱਲ ਨਹੀਂ, ਹੋਰ ਵੀ। ਤਾਂ ਸਾਨੂੰ ਇਹਦੇ ਬਾਰੇ ਧਿਆਨ ਦੇਣ ਦੀ ਲੋੜ ਹੈ। ਤੇ ਪ੍ਰਚਾਰ ਦੀ ਤਾਂ ਜਿਹੜਾ ਪ੍ਰਚਾਰ ਚਾਹੀਦਾ ਉਹ ਤੇ ਸਾਡਾ ਹੋ ਨਹੀਂ ਰਿਹਾ, ਪਰ ਜਿਹੜਾ ਵਿਰੋਧੀ ਪ੍ਰਚਾਰ ਹੈ ਉਹ ਕਾਫੀ ਜ਼ਿਆਦਾ ਹੋ ਰਿਹਾ। ਸਾਨੂੰ ਸੁਚੇਤ ਹੋਣ ਦੀ ਲੋੜ। ਹਰਜੀਤ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਸਮਾਂ ਹੋ ਗਿਆ। ਤੋ ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਲਈ ਜਿੱਥੇ ਮੈਂ ਆਪਸ ਵਿੱਚ ਖਿਮਾ ਮੰਗਦਾ, ਉੱਥੇ ਮੈਂ ਆਪ ਨਾਲ ਜ਼ਰੂਰੀ ਬੇਨਤੀ ਇਹ ਕਰਨੀ ਹੈ ਕਿ ਜਿਵੇਂ ਬਿਲਕੁਲ ਦਰੁਸਤ ਵੀਰ ਹਰਜੀਤ ਸਿੰਘ ਜੀ ਨੇ ਸ਼ੁਰੂ 'ਚ ਦੱਸਿਆ ਕਿ ਸਾਡਾ ਤੇ ਰੋਜ਼ ਹੀ ਨਵਾਂ, ਜਿਸ ਦਿਨ ਕੋਈ ਚੰਗਾ ਕੰਮ ਕਰੀਏ ਸਾਡੇ ਲਈ ਉਹ ਦਿਨ ਚੰਗਾ। ਤੋ ਪਰ ਫਿਰ ਵੀ ਕਿਉਂਕਿ ਦੁਨੀਆਦਾਰੀ ਦੇ ਤੌਰ ਤੇ ਅੱਜ ਦਾ ਦਿਨ ਜਿਹੜਾ ਨਵਾਂ ਸਾਲ, ਉਹ ਕੱਲ ਤੋਂ ਤੁਸੀਂ ਦੇਖਿਆ ਹੀ ਹੈ ਕਿ ਬਹੁਤ ਹੀ ਧੂਮ-ਧਾਮ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ।
ਮੈਨੂੰ ਤਾਂ ਨਹੀਂ ਲੱਗਦਾ ਵੀ ਕਿ ਇੰਨਾ ਕੁ ਹੋਰ ਤਿਉਹਾਰ ਹੈ, ਆਏ ਦਿਨ ਇੰਨਾ ਵੱਧ ਗਿਆ ਹੈ ਕਿ ਜਿੰਨਾ ਕੁ ਹੋਰ ਤਿਉਹਾਰ ਹੈ ਉਹਨਾਂ ਤੇ ਇੰਨਾ ਜ਼ੋਰ ਨਹੀਂ ਲਾਇਆ ਜਾਂਦਾ ਜਿੰਨਾ ਨਵੇਂ ਸਾਲ ਦੇ। ਕਿੰਨੇ ਕੁ ਤੁਹਾਨੂੰ ਵੀ ਆਏ ਹੋਣੇ ਨੇ, ਮੈਨੂੰ ਵੀ ਕੱਲ ਦਾ ਮਤਲਬ ਵੀ ਪਤਾ ਨਹੀਂ ਕਿੰਨੇ ਕੀ ਨਵੇਂ ਸਾਲ ਦੀ ਵਧਾਈ ਦੇ ਸੰਦੇਸ਼ ਕੋਈ ਕਿਸ ਤਰ੍ਹਾਂ ਉਹ ਆਇਆ ਜਾ ਰਿਹਾ। ਚਲੋ ਕੋਈ ਗੱਲ ਨਹੀਂ, ਦੁਨੀਆ ਦੀ ਮਤਲਬ ਵੀ ਜਿਹੜੀ ਫੈਸ਼ਨ ਹੈ ਉਹ ਚੱਲ ਰਿਹਾ, ਪਰ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਜੋ ਦੁਨੀਆ ਕਰਦੀ ਕਰੀ ਜਾਏ। ਮੈਂ ਆਪਣੇ ਤੌਰ ਤੇ ਸੰਗਤ ਦੇ ਨਾਲ ਜਿਹੜੀ ਦਿਲ ਦੀ ਗੱਲ ਸਾਂਝੀ ਕਰ ਰਹੀ ਹਾਂ ਕਿ ਜਿਸ ਵੇਲੇ ਸਾਲ ਖਤਮ ਹੁੰਦਾ ਹੈ ਉਸ ਵੇਲੇ ਇੱਕ ਬੈਲੈਂਸ ਸ਼ੀਟ ਬਣਾਈ ਜਾਂਦੀ ਹੈ। ਤੇ ਕਿਉਂਕਿ ਦਾਸ ਵੀ ਬੈਂਕ 'ਚ ਰਿਹਾ, ਸਾਹਿਬ ਪ੍ਰਕੀਰਤਨ ਸਿੰਘ ਜੀ, ਸਾਹਿਬ ਦਲਜੀਤ ਸਿੰਘ ਜੀ, ਸਾਹਿਬ ਅਮਰਜੀਤ ਸਿੰਘ ਜੀ ਰੋਜ਼ ਸਾਡੇ ਨਾਲ ਜੁੜਦੇ ਨੇ, ਇਹ ਸਾਰੇ ਬੈਂਕਰ ਨੇ। ਤੇ ਬੈਂਕ ਵਾਲੇ ਬੈਲੈਂਸ ਸ਼ੀਟ ਜ਼ਰੂਰ ਬਣਾਉਂਦੇ ਨੇ ਤੇ ਉਹਦੇ 'ਚ ਫਿਰ ਦੇਖਦੇ ਨੇ ਵੀ ਕਿਹੜੇ ਕਿਹੜੇ ਸੈਕਟਰ 'ਚ ਅਸੀਂ ਚੰਗਾ ਕੰਮ ਕੀਤਾ, ਕਿਹਦੇ 'ਚ ਸਾਡਾ ਕੰਮ ਢਿੱਲਾ ਰਿਹਾ, ਕਿਹਦੇ 'ਚ ਨਹੀਂ ਹੋ ਸਕਿਆ, ਤੇ ਫਿਰ ਅਗਲੇ ਸਾਲ ਦੀ ਪਲੈਨਿੰਗ ਬਣਾਈ ਜਾਂਦੀ ਹੈ ਵੀ ਕਿਸ ਤਰ੍ਹਾਂ ਅੱਗੇ ਲਿਜਾਣਾ। ਤੇ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਬਈ ਇਹ ਆਪਾਂ ਇੱਕ ਸਾਲ ਦੀ ਆਪਣਾ ਲੇਖਾ ਜੋਖਾ ਕਰ ਲਈਏ ਬਈ ਇਹ ਜਿਹੜੀ ਆਪਾਂ ਕਲਾਸ ਜ਼ੂਮ ਤੇ ਲਾਉਨੇ ਆ 313 ਦਿਨ ਤੇ 313 ਮਤਲਬ ਵੀ ਕਲਾਸਾਂ ਜਿਹੜੀਆਂ ਨੇ ਆਪਾਂ ਅਟੈਂਡ ਕੀਤੀਆਂ ਨੇ। ਤੇ ਸੰਗਤ ਜੀ ਆਪਾਂ ਬੈਲੈਂਸ ਸ਼ੀਟ ਬਣਾਈਏ ਵੀ ਇਹਨਾਂ ਚੋਂ ਸਾਡੀ ਹਾਜ਼ਰੀ ਕਿੰਨੀ ਰਹੀ, ਕਿਹਦੇ ਕਿਹਦੇ ਕਾਰਨਾਂ ਕਰਕੇ ਸਾਡੀ ਕੋਈ ਹਾਜ਼ਰੀ ਅਗਰ ਘਟੀ ਹੈ ਤੇ ਕਿਉਂ ਘਟੀ ਹੈ, ਕਿਉਂ ਨਹੀਂ 100% ਸੀ, ਅਗਲੇ ਸਾਲ ਹੋ ਜਾਏ। ਫਿਰ ਆਪਾਂ ਇਹ ਦੇਖਣਾ ਕਿ ਅਸੀਂ ਕਿੰਨੇ ਕੁ ਮੈਗਜ਼ੀਨ ਬੁੱਕ ਕੀਤੇ ਨੇ ਇਹਨਾਂ 313 ਦਿਨ ਮਤਲਬ 365 ਦਿਨਾਂ 'ਚ। ਉਹ ਤੇ ਹਾਜ਼ਰੀ ਦੇ 313 ਦਿਨ ਸੀ ਨਾ, ਉਦੋਂ ਸਾਡੇ ਕੋਲ 365 ਦਿਨ। ਤਾਂ 365 ਦਿਨਾਂ 'ਚ ਆਪਾਂ ਕਿੰਨੇ ਕੁ ਮੈਗਜ਼ੀਨ ਬੁੱਕ ਕੀਤੇ ਨੇ। ਹਰ ਇੱਕ ਮੇਰਾ ਵੀਰ ਭੈਣ ਜਿਹੜਾ ਕਿਰਪਾ ਕਰਕੇ ਜ਼ਰੂਰ ਅੱਜ ਬੈਲੈਂਸ ਸ਼ੀਟ ਬਣਾਇਆ ਜੀ ਕਿ ਆਪਾਂ ਇਸ ਸਾਲ 'ਚ ਕਿੰਨੇ ਮੈਗਜ਼ੀਨ ਬੁੱਕ ਕੀਤੇ ਨੇ ਤੇ ਕਿੰਨੇ ਕਾਰਸਪੋਂਡੈਂਸ ਕੋਰਸ ਜਿਹੜੇ ਨੇ ਉਹ ਆਪਾਂ ਕੋਈ ਹੋਰ ਸੰਗਤਾਂ ਨੂੰ ਇੰਟਰੋਡਿਊਸ ਕਰ ਸਕੀਏ। ਤੇ ਸਭ ਤੋਂ ਟਾਪ ਦੀ ਗੱਲ ਇਹ ਹੈ ਕਿ ਅਸੀਂ ਕਿੰਨਿਆਂ ਲੋਕਾਂ ਨੂੰ ਸੰਗਤ ਨਾਲ ਜੋੜਿਆ, ਕਿੰਨਿਆਂ ਲੋਕਾਂ ਨੂੰ ਆਪਾਂ ਪ੍ਰੇਰਿਆ ਤੇ ਅਸੀਂ ਆਪ ਕਿੰਨਾ ਕੁ ਉਹ ਜਿਹੜਾ ਸੁਣਿਆ ਉਹ 'ਚ ਕਿਹੜੀਆਂ ਗੱਲਾਂ ਸਾਨੂੰ ਨਵੀਆਂ ਲੱਭੀਆਂ ਆਪਾਂ ਦੇਖੀ। ਕਿਉਂਕਿ ਆਪਾਂ ਜਦ ਵੀ ਸੁਣਦੇ ਹਾਂ ਸਾਨੂੰ ਕੋਈ ਨਾ ਕੋਈ ਗੱਲ ਨਵੀਂ ਜਿਹੜੀ ਹੈ ਲੱਭਦੀ ਹੈ, ਜਿਹੜੇ ਖੋਜੀ ਸਾਡੇ ਸਾਹਮਣੇ ਰੱਖਦੇ ਨੇ। ਤੇ ਆਇਆ ਅਸੀਂ ਕਿੰਨੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਪਤਾ ਲੱਗੀਆਂ ਨੇ, ਉਹਨਾਂ ਨੂੰ ਵੀ ਆਪਾਂ ਲਿਖੀਏ। ਤੇ ਸੋਸ਼ਲ ਮੀਡੀਆ ਤੇ ਅਸੀਂ ਕਿੰਨਿਆਂ ਕੁ ਨੂੰ ਇੰਸਟਾਗ੍ਰਾਮ ਰਾਹੀਂ, ਵਟਸਐਪ ਰਾਹੀਂ, ਫੇਸਬੁੱਕ ਰਾਹੀਂ ਜਾਂ ਹੋਰ ਵੀ ਜਿਹੜੇ ਤਰੀਕੇ ਨੇ ਆਪਾਂ ਕਿੰਨਿਆਂ ਕੁ ਨੂੰ ਆਪਣਾ ਇਹ ਜਿਹੜਾ ਪ੍ਰਚਾਰ ਦੀ ਸਾਡੀ ਜ਼ਿੰਮੇਵਾਰੀ ਹੈ, ਮੈਂ ਹਰ ਹਫ਼ਤੇ ਕਹਿੰਦਾ ਹਰ ਸਿੱਖ ਪ੍ਰਚਾਰਕ ਹੈ ਉਹਨੂੰ ਆਪਾਂ ਕਿੰਨਾ ਕੁ ਨਿਭਾਇਆ ਤੇ ਕਿੰਨਾ ਕੀਤਾ। ਸੋ ਇਹ ਮੇਰੀਆਂ ਕੁਝ ਕੁ ਬੇਨਤੀਆਂ ਨੇ ਸੰਗਤ ਜੀ, ਇਹਨਾਂ ਨੂੰ ਸਾਹਮਣੇ ਰੱਖ ਕੇ ਹੋਰ ਵੀ ਕਈ ਪੁਆਇੰਟ ਆ ਸਕਦੇ ਨੇ। ਆਪਾਂ ਆਪਣੀ ਬੈਲੈਂਸ ਸ਼ੀਟ ਜ਼ਰੂਰ ਬਣਾਉਣੀ ਹੈ ਤੇ ਅਗਲੇ ਸਾਲ ਦਾ ਜਿਹੜਾ ਪ੍ਰੋਗਰਾਮ ਹੈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹ ਕਲਾਸ ਚੱਲਦੀ ਰਹੇ ਤੇ ਉਹਦੇ 'ਚ ਆਪਾਂ ਕੁਝ ਸਿੱਖਦੇ ਰਹੀਏ, ਕੁਝ ਗੱਲਾਂ ਸਾਂਝੀਆਂ ਕਰਦੇ ਰਹੀਏ ਤੇ ਉਹਦੇ ਸਾਡੀ ਜ਼ਿੰਦਗੀ 'ਚ ਕੁਝ ਜ਼ਰੂਰ ਅਸਰ ਹੋਣਾ ਚਾਹੀਦਾ। ਜੇ ਨਹੀਂ ਹੋਇਆ ਤੇ ਤਾਂ ਵੀ ਇਸ ਬੈਲੈਂਸ ਸ਼ੀਟ ਦੇਖੀਏ ਵੀ ਮੇਰੇ 'ਚ ਇੰਪਰੂਵਮੈਂਟ ਨਹੀਂ ਆਈ ਤੇ ਕਿਉਂ ਨਹੀਂ ਆਈ ਹੈ ਤੇ ਸਤਿਗੁਰੂ ਦਾ ਧੰਨਵਾਦ ਕਰੀਏ। ਤਾਂ ਮੈਂ ਇਹਨਾਂ ਬੇਨਤੀਆਂ ਨਾਲ ਆਪਾਂ ਸੁਖਮਾ ਮੰਗ ਰਿਹਾ। ਆਪਣੇ ਵੀ ਹਫ਼ਤੇ ਪੈਨਲ ਮੈਂਬਰ ਦੇ ਵੀ ਹਫ਼ਤੇ ਹੋਈਆਂ ਭੁੱਲਾਂ ਸਾਨੂੰ ਖਿਮਾ ਕਰ ਦੇਣੀਆਂ ਤੇ ਅਗਲੇ ਸੋਮਵਾਰ ਇਸੇ ਤਰ੍ਹਾਂ ਆਪ ਦੇ ਭੇਜੇ ਸਵਾਲਾਂ ਨੂੰ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।